भगवंत मान नूं कहना कि मैनूं मेरे को तेरा फोन नंबर नहीं होए, अनमोल गगन मान दा मेरे को फोन नंबर नहीं, की तुहानूं दिख नहीं रहा थोड़ी छत्र छाया च करप्शन हो रही है? ये कित्थे हिस्सा जा रहा? हुण नहीं कह सकते मजीठीए नूं जा रहा, सुखबीर नूं जा रहा, या उधर कांग्रेस वाल जा रहा। हुण तो हुण किधर जा रहा वो करप्शन दा पैसा? ਇਹਦਾ मतलब राघव ਚੱਡੇ ਨੂੰ जा रहा, ਇਹਦਾ मतलब केजरीवाल ਨੂੰ जा रहा वो पैसा, ਇਹਦਾ मतलब ਭਗਵੰਤ ਮਾਨ ਸਾਹਿਬ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਸ਼ਗਨ ਤੁਹਾਡੇ ਵੱਲ ਤਾਂ ਨਹੀਂ ਆ ਰਿਹਾ? ਪਤਾ ਕਰ ਲੈ ਭਗਵੰਤ ਸਿਆ, ਸਿਰਫ ਭਗਤ ਸਿੰਘ ਦੀ ਪੱਗ ਬੰਨ ਕੇ ਨਹੀਂ ਸਰਨਾ, ਕੰਮ ਕਰਨੇ ਪੈਣੇ ਆ। ਤੂੰ ਕਿਹਾ ਸਾਡੇ ਇੱਥੇ ਕਰਪਸ਼ਨ ਨਹੀਂ ਹੁੰਦੀ ਜੀ, ਬਹੁਤ ਅੱਛਾ ਪੰਜਾਬ ਹੋ ਗਿਆ ਹੈ ਜੀ, गुजरात च भी जाके यही रौला पाया, हिमाचल च भी झूठ बोली जाने हो। मेरे नाल होया धक्का, मेरे नाल होया धोखा। केजरीवाल वांगू ये थोड़ी ना 1000 रुपया औरतों को दे देंगे जी, बिजली माफ कर देंगे जी, पानी माफ कर दे, पानी का बिल माफ कर देंगे जी, रोटी आपके घर मैकडोनल्ड टोमिनो सबसे आएगी जी। तो भाजी वेलड़ बनाना है? पंजाबी तो पहला मरिया पिया, जे वेला बन गया भाजी मर जूगा नशियां च। दारू सस्ती कर दी जी हमने, बहुत बड़ी प्राप्ति है केजरीवाल साहब की। ਜਿਹੜੀ ਆਪਣੇ ਆਪ ਨੂੰ ਆਗੂ ਮੰਨਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਨੂੰ ਵੀ ਦੱਸਣਾ ਚਾਹੂੰਗਾ, ਇੱਕ ਜਾਂ ਦੋ ਬੱਚਾ ਰਹਿ ਗਿਆ ਸਿੱਖਾਂ ਦਾ, ਇੱਕ ਅੱਧਾ ਕੋਈ ਪੁੱਠੇ ਕੰਮ 'ਚ ਨਸ਼ੇ 'ਚ ਪੈ ਗਿਆ, ਅਗਰ ਦੂਜਾ ਕਿਤੇ ਤੀਲੀ ਲੱਗੀ ਹੋਈ ਤੇ ਭੇਂਟ ਚੜ ਗਿਆ, ਘਰ ਉੱਜੜ ਜੂਗਾ। ਕੌਮ ਤਾਂ ਪਹਿਲਾਂ ਹੀ ਇੰਨੀ ਕੁ ਹੈ, ਇਹਨੂੰ ਉਜਾੜ ਦੋਗੇ, ਇਹਨੂੰ ਖਤਮ ਕਰ ਦੋਗੇ ਯਾਰ। ਵੀ ਸਾਡੇ ਮਹਾਰਾਜਾ ਰਣਜੀਤ ਸਿੰਘ, ਸਾਡੇ ਗੁਰੂ ਸਾਹਿਬ ਨੇ ਐ ਕਰਤਾ, ਸਾਡੇ ਨਾਲ ਧੱਕਾ ਹੋ ਗਿਆ, ਸਾਡੀ ਐਂ ਜੀ ਓਂ ਜੀ, ਚਲੋ ਜੀ ਚਲੋ ਪੰਜਾਬੀ ਚਲੋ ਵੀ ਚਲੋ ਡਟੋ ਲੜ ਲਓ। ਆਹੀ ਕੰਮ ਰਹਿ ਗਿਆ ਸਾਡੇ ਪੱਲੇ। ਉਹ ਸਾਂਝ ਰਹੀ ਹਿੰਦੂ ਮੁਸਲਿਮ ਸਿੱਖ ਈਸਾਈ ਦੀ, ਉਹਨੂੰ ਤੋੜ ਕੇ ਇੱਥੇ ਤੁਸੀਂ ਨਫ਼ਰਤ ਦਾ ਮਾਹੌਲ ਕਿਉਂ ਪੈਦਾ ਕਰ ਰਹੇ ਹੋ ਬਈ? ਜਿੱਥੇ ਸੀਸ ਦੇਣ ਦੀ ਵਾਰੀ ਹੈ, ਸੀਸ ਦੇਣਾ ਚਾਹੀਦਾ ਹੈ। ਸਾਡੀ ਕੌਮ ਨੂੰ ਕੋਈ ਉਹਦੀ ਉਹ ਨਹੀਂ ਗੁੜਤੀ ਹੈ, ਪਰ ਅਸੀਂ ਹਰ ਵਾਰੀ ਸੀਸ ਦਿੰਦੇ ਰਵਾਂਗੇ, ਸਿਰ ਵਰਤਣਾ ਕਦੋਂ ਹੈ? ਕਈ ਲੋਕ ਸਿਰਫ ਸਿੱਖ ਕੌਮ ਨੂੰ ਭੜਕਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਨੇ। ਉਹਨਾਂ ਦਾ ਕੰਮ ਹੀ ਇਹੀ ਹੈ ਵੀ ਸੁੱਕੀ ਘਾਹ ਆ, ਤੀਲੀ ਲਾ ਦਿਓ। ਭੜਕਾ ਕੌਣ ਰਿਹਾ? ਕੌਣ ਲੱਗਦਾ? ਕੌਣ ਭੜਕਾ? ਜਿਹੜੇ ਅੱਜ ਜਵਾਨ ਹੋਈ ਹੈ ਫਸਲ, ਉਹਨਾਂ ਨੂੰ ਲੁੱਤੀ ਲਾ ਕੇ ਤੇ ਉਹਨਾਂ ਤੋਂ ਕੋਈ ਪੁੱਠਾ ਕੰਮ ਕਰਾ ਕੇ ਉਹਨਾਂ ਨੂੰ ਜੇਲ੍ਹ ਭੇਜ ਦਿਓ। 20 ਸਾਲ ਬਾਅਦ 10 ਸਾਲ ਬਾਅਦ ਫਿਰ ਉਹਨਾਂ ਪਿੱਛੇ ਬੰਦੀ ਸਿੰਘਾਂ ਦੀ। ਤੁਸੀਂ ਯਾਰ ਇਹ ਸਿਲਸਿਲਾ ਜਾਰੀ ਰੱਖਾਂਗੇ ਅਸੀਂ। ਕੁਈਨ ਵਿਕਟੋਰੀਆ, ਕੁਈਨ ਐਲਿਜ਼ਾਬੈਥ ਹੈ ਇੱਧਰ ਆਪਣੇ ਇੰਗਲੈਂਡ ਦੇ, ਉਹਨਾਂ ਦੇ ਜੀ ਜੋ ਬਜ਼ੁਰਗ ਲੇਡੀ ਨੂੰ ਜਦੋਂ ਮਿਲਦੇ ਨੇ, ਉਹ ਦਸਤਾਨੇ ਪਾ ਕੇ ਮਿਲਦੀ ਆ ਉਹ ਲੇਡੀ ਨਾ, ਉਹਨੂੰ ਮਿਲ ਕੇ ਸਾਡੇ ਸਿੱਖ ਬੜੇ ਬੜੇ ਝੁਕੇ ਖੜੇ ਹੁੰਦੇ ਆ ਵੀ ਮੈਂ ਇਹਨੂੰ ਮਿਲਿਆ, ਤੇ ਉਹੀ ਲੋਕ ਸਾਡੇ ਤੇ ਰਾਜ ਕਰਦੇ ਰਹੇ ਆ। ਉੱਥੇ ਤੁਸੀਂ ਮਾਣ ਮਹਿਸੂਸ ਕਰ ਰਹੇ ਹੋ ਯਾਰ, ਉਹ ਤਾਂ ਤੁਹਾਡੇ ਤੇ ਰਾਜ ਕਰਕੇ ਗਏ, ਉੱਥੇ ਤੁਸੀਂ ਨਤਮਸਤਕ ਹੋ ਰਹੇ ਹੋ। ਉਹਨਾਂ ਨੇ ਹੀ ਤੁਹਾਡੇ ਤੇ ਜਲਿਆਂਵਾਲਾ ਬਾਗ ਦਾ ਕਾਂਡ ਕੀਤਾ, ਉਹਨਾਂ ਨੇ ਕਿੰਨਾ ਕਤਲੇਆਮ ਕੀਤਾ ਤੁਹਾਡਾ। ਇਹੀ ਸਰਕਾਰੀ ਤੰਤਰ ਬੰਦੇ ਨੂੰ ਜੀਣ ਨਹੀਂ ਦਿੰਦਾ ਭਾਜੀ। ਸੋ ਦੈਟਸ ਵਾਈ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਕੀ ਆ ਕਿ ਜ਼ਿੰਮੇਵਾਰੀ ਤੈਅ ਹੁੰਦੀ ਹੈ, ਅਗਰ ਨਹੀਂ ਹੈ ਤਾਂ ਕੱਲ ਤੇਰੀ ਨੌਕਰੀ ਨਹੀਂ ਹੈ ਕਾਕਾ, ਚੱਲ। ਸਰਕਾਰੀ ਕੀ ਹੈ, ਇਕੱਠੇ ਹੋ ਜਾਂਦੇ, ਹੜਤਾਲ ਕਰ दो। सरकारी क्या, लंच का टाइम है अभी, दिख नहीं रहा, हम भी तो सुबह से काम ही कर रहे हैं, ऐसे अभी कर रहे हैं ना। देखो जी, जैसे जी ऐसे सिर पे चढ़ोगे तो फिर तो नहीं होगा, की कर लोगे भाजी, डांग मार लोगे। सो वाई प्राइवेटाइजेशन, ऐसे करके प्राइवेटाइजेशन मैं तो कहूँगा होनी चाहिए है। जे कोई नहीं काम कर रहा चलो छुट्टी करो, थोड़ी थां ते कोई दूजा बंदा लाइन च लगूगा, किसी कि एबल बंदे नूं नौकरी मिलूगी। सर प्राइवेट से 2 लोगों को फायदा क्यों? बहने दो बहने दो बहने दो बहने दो, हर घर में बहने दो, रग रग में बहने दो, रग रग में बहने दो, देशभक्ति की गंगा, हर घर तिरंगा,
घर घर तिरंगा, घर घर तिरंगा, हर घर तिरंगा लहराओ, हर घर तिरंगा, घर घर तिरंगा, हर घर तिरंगा, घर घर तिरंगा। प्रधानमंत्री ने कर दी है घोषणा, देश है हमारा, हमको है सोचना, लहराओ घर घर तिरंगा, हर घर तिरंगा, घर घर तिरंगा, हर घर तिरंगा। ਹਰ ਘਰ ਤਿਰੰਗਾ ਇਹ ਮੁਹਿੰਮ ਜਿਹੜੀ ਨਵੀਂ ਸ਼ੁਰੂਆਤ ਕੀਤੀ ਗਈ, ਕਿੰਨਾ ਕੁ ਲੱਗਦਾ ਹੈ ਕਿ ਸਹਿਯੋਗ ਜਿਹੜਾ ਮਿਲ ਰਿਹਾ ਦੇਸ਼ ਦੇ ਲੋਕ ਜਿਹੜੇ ਇਸ ਗਾਣੇ ਨੂੰ ਤੇ ਇਸ ਚੀਜ਼ ਨੂੰ ਸਹਿਯੋਗ ਕਰ ਰਹੇ? ਦੇਖੋ ਬਹੁਤ ਵਧੀਆ ਆਗਾਜ਼ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੀਤਾ ਤੇ ਮੈਂ ਦਿੱਲੀ ਤੋਂ ਆਇਆ ਰਾਤੀ। ਦਿੱਲੀ ਦੇ ਵਿੱਚ ਮੈਕਸਿਮਮ ਲੋਕਾਂ ਨੇ ਪਰਸੋਂ ਤੱਕ ਹੀ ਮੈਂ ਦੇਖਿਆ ਸੀਗਾ ਵੀ ਕਿਤੇ ਬੜੀਆਂ ਹਾਈ ਰਾਈਜ਼ ਬਿਲਡਿੰਗਸ ਨੇ ਉੱਥੇ ਨੋਇਡਾ ਦੇ ਵਿੱਚ ਲੋਕਾਂ ਨੇ ਤਿਰੰਗੇ ਝੰਡੇ ਲਾ ਕੇ ਆਪਣੇ ਆਪ ਨੂੰ ਕਹਿੰਦੇ ਵੀ ਫਖਰ ਨਾਲ ਇੱਕ ਚੰਗਾ ਭਾਰਤੀ ਹੋਣ ਦਾ ਸਬੂਤ ਦਿੱਤਾ ਵੀ ਅਸੀਂ ਪ੍ਰਧਾਨ ਮੰਤਰੀ ਜੀ ਦੇ ਨਾਲ ਆ। ਤੇ ਮੇਰੇ ਵੀ ਜ਼ਿਹਨ 'ਚ ਆਇਆ ਸੀਗਾ ਵੀ ਜੀ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਇੱਕ ਸੱਦਾ ਆ ਇਹ ਬਹੁਤ ਦਲੇਰੀ ਵਾਲੀ ਮੂਵ ਹੈ। ਹੁਣ ਤੱਕ ਤਿਰੰਗਾ ਜਿਹੜਾ ਰਿਹਾ ਉਹ VIP ਤਿਰੰਗਾ ਰਿਹਾ। ਤੁਸੀਂ ਦੇਖਿਆ ਹੋਣਾ ਮੰਤਰੀਆਂ ਦੀਆਂ ਐਂਬੈਸਡਰਾਂ ਤੇ ਜਾਂ ਜਿਹੜੀਆਂ ਕੋਈ VVIP ਗੱਡੀਆਂ ਨੇ ਉਹਨਾਂ ਤੇ ਤਿਰੰਗਾ ਰਿਹਾ, ਜਾਂ ਤੁਸੀਂ ਅਫਸਰਾਂ ਦੇ ਜਦੋਂ ਜਾਂਦੇ ਹੋ ਮਿਲਣ ਕਿਸੇ ਅਫਸਰ ਨੂੰ, ਕੋਈ SSP DC ਨੂੰ ਮਿਲਣ ਜਾਂਦੇ ਹੋ, ਉਹਨਾਂ ਦੇ ਮੇਜ਼ ਤੇ ਤਿਰੰਗਾ ਪਿਆ ਹੁੰਦਾ। ਪਰ ਗਰੀਬ ਬੰਦੇ ਨੂੰ ਕਦੇ ਐਂ ਲੱਗਦਾ ਸੀ ਵੀ VIP ਤਿਰੰਗਾ। ਹੁਣ ਹਰ ਘਰ ਤਿਰੰਗਾ। ਅਗਰ ਸਾਡੀ ਆਜ਼ਾਦੀ ਸਭ ਨੂੰ ਮਿਲੀ ਹੈ ਤਾਂ ਫਿਰ ਇਹ ਤਿਰੰਗਾ ਸਭ ਦਾ ਤੇ ਹਰ ਕੋਈ ਲਹਿਰਾਵੇ। ਅਗਰ ਇਹ ਤਿਰੰਗੀ ਸਿਰਫ ਅਫਸਰਾਂ ਨੂੰ ਮਿਲੀ ਹੈ, ਅਗਰ ਇਹ ਤਿਰੰਗੀ ਸਿਰਫ VIP ਕਲਾਸ ਨੂੰ ਮਿਲੀ ਹੈ ਤਾਂ ਫਿਰ ਉਹ ਤਿਰੰਗਾ ਸਿਰਫ ਉਹਨਾਂ ਦਾ ਰਹਿ ਗਿਆ। ਜੈਸੀ ਭਾਈ ਇਸ 'ਚ ਮਾਨ ਸਨਮਾਨ ਨਹੀਂ ਲੱਗਦਾ ਘੱਟ ਹੁੰਦਾ? ਕਿਉਂਕਿ ਪਹਿਲਾਂ ਇੱਕ ਮਰਿਆਦਾ ਹੁੰਦੀ ਸੀ, ਮਰਿਆਦਾ ਕਿਤੇ ਨਾ ਕਿਤੇ ਭੰਗ ਹੁੰਦੀ ਹੈ, ਰੂਲ ਬਿਲਕੁਲ ਹੀ ਚੇਂਜ ਕਰ ਦਿੱਤੇ ਗਏ। ਕਿਉਂਕਿ ਤਿਰੰਗਾ ਦੇ ਇੱਕ ਕਿਤੇ ਨਾ ਕਿਤੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਤਿਰੰਗਾ ਕਿਸ ਤਰੀਕੇ ਨਾਲ ਲਾਉਣਾ, ਕਿਸ ਤਰੀਕੇ ਨਾਲ ਕਰਨਾ, ਕੀ ਸਮਾਂ ਲੱਗਦਾ ਨਹੀਂ ਕਿ ਉਹਦਾ ਕਿਤੇ ਨਾ ਕਿਤੇ ਮਾਨ ਸਹਿਯੋਗ ਕਿਤੇ ਨਾ ਕਿਤੇ ਘੱਟ ਹੋ ਰਿਹਾ? ਨਹੀਂ 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 ਨਹੀਂ, ਤਿਰੰਗੇ ਦਾ ਅਪਮਾਨ ਉਦੋਂ ਹੈ ਜਦੋਂ ਤਿਰੰਗੇ ਦੀ ਤੁਸੀਂ ਇੱਜ਼ਤ ਨਹੀਂ ਕਰਦੇ। ਤਿਰੰਗਾ ਕਿਤੇ ਵੀ ਲੱਗਿਆ ਉਹ ਤਿਰੰਗਾ ਹੀ ਹੈ। ਕਿਚੜ 'ਚ ਕਮਲ ਖਿਲਦਾ ਹੈ ਤਾਂ ਫਿਰ ਉੱਥੇ ਕੀ ਕਹਿ ਦੋਗੇ? ਕਮਲ ਦਾ ਅਪਮਾਨ ਹੈ ਵੀ ਕਿਚੜ 'ਚ ਕਿਉਂ ਖਿਲ ਗਿਆ? ਇਹ ਕੁਦਰਤ ਦਾ ਵਿਧਾਨ ਹੈ। ਉਹ ਰੱਬ ਨੇ ਜੋ ਚੀਜ਼ ਬਖਸ਼ੀ ਹੈ ਵੀ ਇੱਥੇ ਕਿਚੜ 'ਚ ਵੀ ਕਮਲ ਉੱਗੂਗਾ। ਤਾਂ ਉਵੇਂ ਆਪਾਂ ਤਿਰੰਗਾ ਗਰੀਬ ਬੰਦਾ ਵੀ ਫੜ ਕੇ ਫਖਰ ਮਹਿਸੂਸ ਕਰੇ, ਮੈਂ ਆਪਣੀ ਕੰਟਰੀ ਲਈ ਟ੍ਰਿਬਿਊਟ ਦੇਣੀ, ਮੈਂ ਆਪਣੀ ਤਿਰੰਗੇ ਦੇ ਨਾਲ ਸਟੈਂਡ ਕਰਨਾ। ਭਾਜੀ ਮੈਂ ਆਪ ਜੀ ਨੂੰ ਦੱਸਦਾ, 2015 ਦੇ ਵਿੱਚ ਮੈਂ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਸੀ। ਉੱਥੇ ਲక్ష్ਮੀ ਨਾਰਾਇਣ ਮੰਦਿਰ ਹੈ, ਉੱਥੇ ਮੈਂ ਸਪੀਚ ਦਿੱਤੀ ਸੀ। ਪਤਾ ਨਹੀਂ ਮੇਰੇ ਦਿਮਾਗ 'ਚ ਕਿੱਥੋਂ ਆਈ ਭਾਜੀ ਗੱਲ। ਉਦੋਂ ਨਾ ਤਾਂ 15 ਅਗਸਤ ਸੀ ਤੇ ਨਾ 26 ਜਨਵਰੀ ਸੀ। ਲੋਕ ਮੱਥਾ ਟੇਕਣ ਆਉਂਦੇ ਆਮ ਜਿਵੇਂ ਸੁਭਾਵਿਕ ਹੁੰਦਾ, ਤੇ ਉਹ ਸਪੀਚ ਅੱਜ ਵੀ YouTube ਤੇ ਪਈ ਹੋਣੀ ਹੈ। ਮੈਂ ਉੱਥੇ ਵੀ ਕਿਹਾ ਸੀਗਾ ਵੀ ਬੱਚੇ ਨੂੰ ਛੋਟੇ ਹੁੰਦੇ ਹੀ, ਜਦੋਂ ਆਪਾਂ ਆਪਣੇ ਬੱਚੇ ਨੂੰ ਪਤਾ ਨਹੀਂ ਹੁੰਦਾ, ਜਦੋਂ ਅਣਭੋਲ ਹੁੰਦਾ, ਉਹਨੂੰ ਇਹ ਨਹੀਂ ਪਤਾ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਿਮ ਹਾਂ, ਮੈਂ ਕ੍ਰਿਸਚਨ ਹਾਂ, ਅਸੀਂ ਆਪਣੇ ਰੱਬ ਦਾ ਪਰਿਚੈ ਉਹਦੇ ਨਾਲ ਕਰਾਉਂਦੇ ਹਾਂ, ਆਪਣੇ ਇਸ਼ਟ ਦਾ ਪਰਿਚੈ ਮਾਂ-ਬਾਪ ਕਰਾਉਂਦੇ ਆ। ਆਪਾਂ ਗੁਰਦੁਆਰੇ ਲੈ ਕੇ ਜਾਂਦੇ ਹਾਂ, ਆਪਾਂ ਦੱਸਦੇ ਹਾਂ ਵੀ ਆਹ 4 ਸਾਹਿਬਜ਼ਾਦੇ ਨੇ, ਆਪਾਂ ਦੱਸਦੇ ਹਾਂ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ, ਹੈ ਨਾ। ਅਗਰ ਮੰਦਿਰ ਲੈ ਕੇ ਜਾਂਦੇ ਹਾਂ, ਆਪਾਂ ਦੱਸਦੇ ਹਾਂ ਇਹ ਰਾਮ ਜੀ ਨੇ, ਇਹ ਕ੍ਰਿਸ਼ਨ ਜੀ ਨੇ, ਸੀਤਾ ਜੀ ਨੇ, ਇਹ ਹਨੂਮਾਨ ਜੀ ਨੇ। ਅਗਰ ਆਪਾਂ ਮਸਜਿਦ ਜਾਂਦੇ ਹਾਂ, ਉੱਥੇ ਉਹ ਆਪਣੇ ਅੱਲਾ ਦਾ ਪਰਿਚੈ ਦਿੰਦੇ ਨੇ। ਤੇ ਗਿਰਜਾ ਘਰ 'ਚ ਜੀਸਸ ਕ੍ਰਾਈਸਟ ਦਾ ਪਰਿਚੈ ਦਿੱਤਾ ਜਾਂਦਾ ਆਪਣੇ ਬੱਚੇ ਨੂੰ, ਜਦੋਂ ਉਹਨੂੰ ਨਹੀਂ ਪਤਾ, ਹਾਲੇ ਉਹ ਤੁਰਨਾ ਵੀ ਨਹੀਂ ਸਿੱਖਿਆ ਹੁੰਦਾ। ਉਹ ਦੇਖਦਾ ਵੀ ਮਾਂ-ਬਾਪ ਇੱਥੇ ਮੱਥਾ ਟੇਕਦੇ ਆ, ਉਹ ਤੋਂ ਬਾਅਦ ਇੱਧਰ ਜਾਂਦੇ, ਉਹ ਸਿਰਫ ਫੋਲੋ ਕਰਦਾ। ਮੈਂ ਕਿਹਾ ਜਦੋਂ ਉਸ ਟਾਈਮ ਤੇ ਆਪਾਂ ਉਹਨੂੰ ਉਹਦੇ ਧਰਮ ਦਾ ਪਰਿਚੈ ਦਿੰਦੇ ਹਾਂ ਤਾਂ ਆਪਾਂ ਉਹਨੂੰ ਉਹਦੇ ਦੇਸ਼ ਦਾ, ਉਹਦੇ ਤਿਰੰਗੇ ਦਾ ਪਰਿਚੈ ਵੀ ਨਾਲ ਦਈਏ। ਉਸੇ ਟਾਈਮ ਉਹਦੀ ਚਿੱਪ 'ਚ ਫੀਡ ਕਰੀਏ ਕਿ ਬੇਟੇ ਆਹ ਤੇਰਾ ਦੇਸ਼ ਹੈ, ਆਹ ਦੇਸ਼ ਦੇ ਵਿੱਚ ਆਹ ਤਿਰੰਗਾ। ਜੇ ਇੱਥੇ ਮੱਥਾ ਟੇਕਦੇ ਹਾਂ ਅਸੀਂ ਤਾਂ ਉੱਥੇ ਮੰਦਿਰ ਦੇ ਬਾਹਰ ਮੈਂ ਕਿਹਾ ਤਿਰੰਗਾ ਲਾਇਆ ਜਾਵੇ। ਜੇ ਆਪਾਂ ਉੱਥੇ ਮੱਥਾ ਟੇਕਣਾ ਸਿਖਾਉਂਦੇ ਆ ਤਾਂ ਉੱਥੇ ਆਪਣੇ ਤਿਰੰਗੇ ਨੂੰ ਅਸੀਂ ਸਲੂਟ ਕਰਨਾ ਵੀ ਦਸੀਏ। ਤੱਕ ਲੈ ਕੇ ਵਿਰੋਧ ਵੀ ਹੈ ਕਿਤੇ ਨਾ ਕਿਤੇ, ਕਿਉਂਕਿ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲਸ ਹੋ ਰਹੀਆਂ ਨੇ, SGPC ਦੇ ਵੱਲੋਂ ਇੱਕ ਫੋਟੋ ਸ਼ੇਅਰ ਕੀਤੀ ਗਈ ਜਿੱਥੇ ਇੰਦੌਰ ਦੇ ਅੰਦਰ ਇੱਕ ਗੁਰਦੁਆਰੇ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਵੀ ਹੋਈ ਹੈ। ਦੇਖੋ ਹਰ ਕੋਈ ਬੰਦਾ ਭਾਜੀ ਆਪਣੇ ਆਪਣੇ ਤਰੀਕੇ ਨਾਲ ਹਰ ਗੱਲ ਦਾ ਬਿਰਤਾਂਤ ਦੱਸਦਾ ਆ। ਜਦੋਂ ਤੁਸੀਂ ਜਿਹੜੇ ਦੇਸ਼ 'ਚ ਰਹਿੰਦੇ ਹੋ, ਜਿਹੜੇ ਦੇਸ਼ ਦਾ ਖਾਂਦੇ ਹੋ, ਜਿਹੜੇ ਦੇਸ਼ ਵਿੱਚ ਤੁਹਾਡੇ ਪੂਰਵਜ, ਤੁਹਾਡੇ ਗੁਰੂ, ਤੁਹਾਡੇ ਪੀਰ, ਤੁਹਾਡੇ ਪੈਗੰਬਰ, ਜਿਹੜੇ ਵੀ ਇਸ਼ਟ ਨੂੰ ਤੁਸੀਂ ਅਪਣਾਇਆ ਜਾਂ ਜਿਹੜੇ ਵੀ ਧਰਮ ਦੇ ਵਿੱਚ ਤੁਸੀਂ ਪੈਦਾ ਹੋਏ, ਉਸ
ਦੇਸ਼ ਦੇ ਵਿੱਚ ਇਕੱਲੇ ਤੁਹਾਡੇ ਧਰਮ ਦੇ ਬੰਦੇ ਤਾਂ ਨਹੀਂ ਰਹਿੰਦੇ, ਉੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ। ਉਹ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਤੇ ਝੰਡਾ ਹੋਣਾ ਚਾਹੀਦਾ ਹੈ, ਉਹ ਤਿਰੰਗਾ ਹੈ ਸਾਡਾ। ਤੇ ਅਗਰ ਉਹ ਕਿਤੇ ਤੁਸੀਂ ਲਹਿਰਾਉਂਦੇ ਹੋ, ਜੇ ਉੱਥੇ ਸਲੂਟ ਕਰਦੇ ਹੋ, ਕਿਹਦਾ ਅਪਮਾਨ ਹੁੰਦਾ ਜੀ ਉੱਥੇ ਆਪਣੇ ਦੇਸ਼ ਦੇ ਤਿਰੰਗੇ ਨੂੰ? ਜਿਹੜਾ ਤੁਹਾਡੇ ਧਰਮ ਦਾ ਨਿਸ਼ਾਨ ਸਾਹਿਬ ਹੈ ਜਾਂ ਕਿਸੇ ਦਾ ਕੋਈ ਹੋਰ ਹੈ ਆਪਣੇ 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 ਇਸ਼ਟ ਦੇ ਅਨੁਸਾਰ, ਉੱਥੇ ਵੀ ਸਲੂਟ ਕਰੋ, ਉੱਥੇ ਨਤਮਸਤਕ ਹੋ, ਉਹਦੀ ਵੀ ਇੱਜ਼ਤ ਸਿਖਾਓ। ਪਰ ਜਿਹੜਾ ਸਾਰੇ ਕੰਬਾਈਨਡ ਧਰਮਾਂ ਦਾ ਤਿਰੰਗਾ ਆ, ਉਹਦੀ ਇੱਜ਼ਤ ਤੇ ਰਿਸਪੈਕਟ ਵੀ ਕਰਨੀ ਸਾਨੂੰ ਬੱਚਿਆਂ ਨੂੰ ਬਚਪਨ 'ਚ ਸਿਖਾਉਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਕਰ ਰਹੇ ਨੇ, ਕਿਉਂਕਿ ਪੰਜਾਬ ਦੀ ਸਭ ਤੋਂ ਜ਼ਿਆਦਾ ਜੇਕਰ ਸ਼ਹਾਦਤ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਭ ਤੋਂ ਜ਼ਿਆਦਾ ਸ਼ਹਾਦਤ ਹੋਈ ਹੈ। ਲੇਕਿਨ ਹੁਣ ਕੇਸਰੀ ਝੰਡੇ ਵੀ ਲਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਹਰ ਪੰਜਾਬ ਦੇ ਵਿੱਚ ਘਰ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਝੂਲਿਆ ਜਾਵੇ। ਔਰ ਇਸ ਤਰੀਕੇ ਨਾਲ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਵੀ ਕਿਹਾ ਗਿਆ ਇਹ ਚੀਜ਼, ਔਰ ਦਲ ਖਾਲਸਾ ਦੇ ਵੱਲੋਂ ਵੀ ਜਿਹੜਾ ਉਹ ਲਹਿਰਾਏ ਜਾ ਰਹੇ ਨੇ। ਉਸ ਚੀਜ਼ ਨੂੰ ਕਿੱਦਾਂ ਵੇਖਣ ਨੂੰ ਲੱਗਦਾ ਕਿ ਪੰਜਾਬੀਆਂ ਦੀ ਹੁਣ ਸੋਚ ਬਦਲ ਚੁੱਕੀ ਹੈ? ਸੋਚ ਭਾਜੀ ਅਗਰ ਉਹਨਾਂ ਲੋਕਾਂ ਦੀ ਬਦਲ ਗਈ, ਦੇਸ਼ ਨਹੀਂ ਬਦਲ ਗਿਆ ਉਹਨਾਂ ਦਾ ਦੇਸ਼ ਅੱਜ ਵੀ ਭਾਰਤ ਹੈ। ਜਦੋਂ ਤੱਕ ਤੁਹਾਡਾ ਦੇਸ਼ ਭਾਰਤ ਹੈ ਤਾਂ ਯਾਰ ਸਾਨੂੰ ਉਸ ਦੇਸ਼ ਪ੍ਰਤੀ ਸੱਚੇ ਮਨ ਨਾਲ ਉਹਦੀ ਭਲਾਈ ਦੀ ਕਾਮਨਾ ਕਰਨੀ ਚਾਹੀਦੀ ਆ। ਉਹਦੇ ਤਿਰੰਗੇ ਥੱਲੇ ਖੜ ਕੇ ਆਪਣੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ। ਕਈ ਲੋਕ ਸਿਰਫ ਸਿੱਖ ਕੌਮ ਨੂੰ ਭੜਕਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਨੇ। ਉਹਨਾਂ ਦਾ ਕੰਮ ਹੀ ਇਹੀ ਹੈ ਵੀ ਸੁੱਕੀ ਘਾਹ ਆ, ਤੀਲੀ ਲਾ ਦੋ। ਭੜਕਾ ਕੌਣ ਰਿਹਾ? ਕੌਣ ਲੱਗਦਾ ਕੌਣ ਭੜਕਾ ਰਿਹਾ? ਲੋਕੀ ਆਪੇ ਹੀ ਸਮਝਦੇ ਆ, ਸਮਝਦਾਰ ਹੈ। ਮੈਂ ਉਹਨਾਂ ਨੂੰ ਸਭ ਨੂੰ ਕਹੂੰਗਾ ਕਿ ਯਾਰ ਆਪਾਂ ਵਿਦੇਸ਼ਾਂ 'ਚ ਗਏ, ਉੱਥੇ ਮੈਪਲ ਲੀਫ ਹੈ ਕੈਨੇਡਾ ਦੇ ਵਿੱਚ, ਹੈ ਨਾ, ਅਮਰੀਕਾ ਦਾ ਆਪਣਾ ਝੰਡਾ ਆ, ਗੋਰਿਆਂ ਦਾ ਆਪਣਾ ਝੰਡਾ ਆ। ਸਾਡੇ ਵੱਡੇ ਵੱਡੇ ਸਿੱਖ ਵਿਦਵਾਨ, ਜਦੋਂ ਕੁਈਨ ਵਿਕਟੋਰੀਆ, ਕੁਈਨ ਐਲਿਜ਼ਾਬੈਥ ਹੈ ਇੱਧਰ ਆਪਣੇ ਇੰਗਲੈਂਡ ਦੇ, ਉਹਨਾਂ ਦੇ ਜੀ ਜੋ ਬਜ਼ੁਰਗ ਲੇਡੀ ਨੂੰ ਜਦੋਂ ਮਿਲਦੇ ਨੇ, ਉਹ ਦਸਤਾਨੇ ਪਾ ਕੇ ਮਿਲਦੀ ਆ ਉਹ ਲੇਡੀ, ਨਾ, ਉਹਨੂੰ ਮਿਲ ਕੇ ਸਾਡੇ ਸਿੱਖ ਬੜੇ ਬੜੇ ਝੁਕੇ ਖੜੇ ਹੁੰਦੇ ਆ ਵੀ ਮੈਂ ਇਹਨੂੰ ਮਿਲਿਆ। ਤੇ ਉਹੀ ਲੋਕ ਸਾਡੇ ਤੇ ਰਾਜ ਕਰਦੇ ਰਹੇ ਆ। ਉੱਥੇ ਤੁਸੀਂ ਮਾਣ ਮਹਿਸੂਸ ਕਰ ਰਹੇ ਹੋ ਜਦੋਂ ਉਹਨੂੰ ਮਿਲਦੇ ਹੋ ਕਿ ਮੈਨੂੰ ਸੱਦਾ ਆਇਆ ਉਹਦੇ ਡਿਨਰ ਦਾ, ਮੈਂ ਉਹਨਾਂ ਕੁਛ ਇੱਕ VIPs ਦੇ ਵਿੱਚ ਆ ਜਿਹੜਾ ਲਾਈਨ 'ਚ ਖੜੂਗਾ ਤੇ ਹੱਥ ਮਿਲਾਉਂਗਾ, ਬੜੇ ਬੜੇ ਸਾਡੇ ਧਰਮ 'ਚੋਂ ਹੀ। ਯਾਰ ਉਹ ਤਾਂ ਤੁਹਾਡੇ ਤੇ ਰਾਜ ਕਰਕੇ ਗਏ, ਉੱਥੇ ਤੁਸੀਂ ਨਤਮਸਤਕ ਹੋ ਰਹੇ ਹੋ। ਉਹਨਾਂ ਨੇ ਹੀ ਤੁਹਾਡੇ ਤੇ ਜਲਿਆਂਵਾਲਾ ਬਾਗ ਦਾ ਕਾਂਡ ਕੀਤਾ, ਉਹਨਾਂ ਨੇ ਕਿੰਨਾ ਕਤਲੇਆਮ ਕੀਤਾ ਤੁਹਾਡਾ, ਉੱਥੇ ਤੁਸੀਂ ਮਾਣ ਮਹਿਸੂਸ ਕਰ ਰਹੇ ਹੋ ਉਹਨਾਂ ਦਾ ਹੀ। ਆਪਣੇ ਹੀ ਦੇਸ਼ 'ਚ ਜਿੱਥੇ ਤੁਹਾਡੇ ਦਾਦਿਆਂ ਦੇ ਦਾਦੇ, ਪੜਦਾਦਿਆਂ ਦੇ ਪੜਦਾਦੇ, ਪੜਦਾਦਿਆਂ ਦੇ ਪੜਦਾਦੇ ਇਸ ਦੇਸ਼ 'ਚ ਰਹੇ, ਉਹ ਸਾਂਝ ਰਹੀ ਹਿੰਦੂ ਮੁਸਲਿਮ ਸਿੱਖ ਈਸਾਈ ਦੀ, ਉਹਨੂੰ ਤੋੜ ਕੇ ਇੱਥੇ ਤੁਸੀਂ ਨਫ਼ਰਤ ਦਾ ਮਾਹੌਲ ਕਿਉਂ ਪੈਦਾ ਕਰ ਰਹੇ ਹੋ ਬਈ? NRI ਲੱਗ ਰਿਹਾ ਕਿ ਤੁਹਾਨੂੰ ਕਿ ਜਿਹੜੇ NRI ਬਾਹਰ ਦੇਸ਼ਾਂ ਦੇ ਵਿੱਚ ਚਲੇ ਗਏ ਨੇ, ਉਹਨਾਂ ਦੀ ਕਿਤੇ ਨਾ ਕਿਤੇ ਸੋਚ ਹੈ? ਜਿਨ੍ਹਾਂ ਦੀ ਵੀ ਹੈ ਜੀ। ਅਗਰ ਕੋਈ NRI ਬਾਹਰ ਜਾ ਕੇ ਆਪ ਚਲ ਗਿਆ, ਚਲੋ ਮੈਂ ਸਖਾਲਾ ਹੋ ਗਿਆ, ਹੈ ਨਾ, ਵੀ ਜੇ ਮੇਰੇ ਅੰਦਰ ਆਪਣੀ ਧਰਮ ਨੂੰ ਲੈ ਕੇ, ਸਾਡੇ ਨਾਲ ਜਿਹੜੀਆਂ ਜਾਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਅਗਰ ਮੇਰੇ ਅੰਦਰ ਰੋਸ ਹੈ, ਹੁੰਦਾ ਵੀ ਹੈ, ਮੈਂ ਉਹਨੂੰ ਇਹ ਨਹੀਂ ਕਹੂੰਗਾ ਵੀ ਇਹ ਕਿਉਂ ਹੈ, ਜੇ ਹੋਇਆ ਤਾਂ ਇਹ ਤਾਂ ਆ। ਪਰ ਜਿਨ੍ਹਾਂ ਕਰਕੇ ਹੈ ਉਹਨਾਂ ਦਾ ਵੀ ਤਾਂ ਸੋਚੋ ਯਾਰ। ਦੇਸ਼ ਦੀ ਵੰਡ 'ਚ ਹਿੱਸਾ ਕਿਹਦਾ ਸੀ? ਉਹਨਾਂ ਲੋਕਾਂ ਦਾ ਯੋਗਦਾਨ ਹੈ। ਪਰ ਜੇ ਆਪਾਂ ਉਸੇ ਚੀਜ਼ ਨੂੰ, ਫੋੜੇ ਨੂੰ ਬਾਰ-ਬਾਰ ਛਿੱਲੀ ਜਾਵਾਂਗੇ ਤਾਂ ਭਾਜੀ ਅਸੀਂ ਪ੍ਰੋਗਰੈਸ ਨਹੀਂ ਕਰ ਸਕਦੇ। ਮੈਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੱਸੀ ਜਸਰਾਜ ਨੇ BJP 'ਚ ਹੁੰਦੇ ਹੋਏ, ਹੁਣ ਤੋਂ 3 ਮਹੀਨੇ ਪਹਿਲਾਂ ਸਾਰੇ ਅਸੀਂ 150 ਬੰਦੇ ਹੋਵਾਂਗੇ, ਜਿਨ੍ਹਾਂ 'ਚ ਫਤਿਹ ਜੰਗ ਬਾਜਵਾ, ਆਪਣੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ, ਚੇਅਰਮੈਨ ਨੈਸ਼ਨਲ ਮਾਈਨੋਰਿਟੀ ਕਮਿਸ਼ਨ, ਉਹਨਾਂ ਨੇ ਬੁਲਾਇਆ ਸੀਗਾ ਉੱਥੇ ਸਭ ਨੂੰ, ਇੱਥੋਂ ਦੇ ਮੋਹਤਬਰ ਲੋਕਾਂ ਨੂੰ। ਉੱਥੇ ਮੈਂ ਸੁਜੈਸ਼ਨ ਦਿੱਤਾ, ਮੈਂ ਕਿਹਾ ਜੀ ਆਪਾਂ ਇੱਥੇ ਆਏ ਆ, ਇੱਥੇ ਲਿਖ ਕੇ ਦਈਏ ਬੰਦੀ ਸਿੰਘਾਂ ਦੀ ਰਿਹਾਈ। ਆਪਾਂ 130-35 ਬੰਦੇ ਸੀ। ਮੈਂ ਕਿਹਾ ਸਾਈਨ ਕਰੋ ਸਾਰੇ ਕਿ ਅਸੀਂ ਮੰਗਦੇ ਯਾਰ ਬੰਦੀ ਸਿੰਘਾਂ ਦੀ। ਸਭ ਨੇ ਸੁਜੈਸ਼ਨ ਕਿ ਮੈਨੂੰ ਪਸੰਦ ਕੀਤਾ, ਸਭ ਨੇ ਸਾਈਨ ਕੀਤੇ। ਜੌਨ ਬਾਰਲਾ ਜੀ ਜੋ ਮੰਤਰੀ ਨੇ, ਉਹਨਾਂ ਨੇ ਐਪਰੀਸ਼ੀਏਟ ਕੀਤਾ। ਮੇਰਾ ਵੀਡੀਓ ਵੀ ਪਿਆ ਹੋਊਗਾ। ਅਸੀਂ ਭਾਜੀ ਜਿਹੜੇ ਪੁਰਾਣੇ ਬੰਦੀ ਸਿੰਘ ਨੇ ਸਾਡੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹਨਾਂ ਲਈ ਅਸੀਂ ਅੱਜ ਲੜ ਰਹੇ ਹਾਂ ਸਾਰੇ, ਹੈ ਨਾ, ਵੀ ਇਹਨਾਂ ਦਾ ਰਿਹਾ ਹੋਣਾ ਜਾਇਜ਼ ਜ਼ਰੂਰੀ ਹੈ। ਪਰ ਹੁਣ ਉੱਥੋਂ ਕੋਈ ਹੋਰ ਲੁੱਤੀ ਲਾ ਕੇ, ਜਿਹੜੇ ਅੱਜ ਜਵਾਨ ਹੋਈ ਹੈ ਫਸਲ, ਉਹਨਾਂ ਨੂੰ ਲੁੱਤੀ ਲਾ ਕੇ ਤੇ ਉਹਨਾਂ ਤੋਂ ਕੋਈ ਪੁੱਠਾ ਕੰਮ ਕਰਾ ਕੇ ਉਹਨਾਂ ਨੂੰ ਜੇਲ੍ਹ ਭੇਜ ਦਿਓ। 20 ਸਾਲ ਬਾਅਦ, 10 ਸਾਲ ਬਾਅਦ ਫਿਰ ਉਹਨਾਂ ਪਿੱਛੇ ਬੰਦੀ ਸਿੰਘਾਂ ਦੀ। ਤੁਸੀਂ ਯਾਰ ਇਹ ਸਿਲਸਿਲਾ ਜਾਰੀ ਰੱਖਾਂਗੇ ਅਸੀਂ। ਜਿੱਥੇ ਸੀਸ ਦੇਣ ਦੀ ਵਾਰੀ ਹੈ, ਸੀਸ ਦੇਣਾ ਚਾਹੀਦਾ ਹੈ।
ਸਾਡੀ ਕੌਮ ਨੂੰ ਕੋਈ ਉਹਦੀ ਉਹ ਨਹੀਂ, ਉਹ ਗੁੜਤੀ ਹੈ। ਪਰ ਅਸੀਂ ਹਰ ਵਾਰੀ ਸੀਸ ਦਿੰਦੇ ਰਵਾਂਗੇ, ਸਿਰ ਵਰਤਣਾ ਕਦੋਂ ਹੈ? ਜੇ ਅਸੀਂ ਬਾਹਰ ਜਾ ਕੇ ਉਹਨਾਂ ਗੋਰਿਆਂ ਕੋਲ ਤਾਂ ਜਾ ਕੇ ਅਸੀਂ 50-50 ਲੱਖ ਰੁਪਇਆ, 25-25 ਲੱਖ ਰੁਪਇਆ ਆਪਣੇ ਮੈਕਸੀਕੋ ਰਾਹੀਂ ਟੂਰ, ਜਿਹੜਾ ਉਹ ਆਪਣੇ ਜੰਗਲਾਂ ਰਾਹੀਂ ਜਾ ਕੇ ਬੱਚੇ ਅੰਦਰ ਦਾਖਲ ਹੁੰਦੇ ਨੇ, ਉਹ ਕਿਹਦਾ ਮੁਲਕ ਹੈ? ਗੋਰਿਆਂ ਦਾ ਮੁਲਕ ਹੈ। ਉੱਥੇ ਜਹਾਜ਼ਾਂ ਦੇ ਵਿੱਚ ਬਹਿ ਕੇ ਕਿਸੇ ਤਰੀਕੇ ਕੋਈ ਲੈ ਜੇ, ਸੌਰੀ ਟੂ ਸੇ, ਕਈ ਆਪਣੀਆਂ ਭੂਆ ਦੀਆਂ ਕੁੜੀਆਂ ਨਾਲ ਵਿਆਹ ਕਰਕੇ, ਕਈ ਹੋਰ ਇੱਧਰ ਉੱਧਰ ਸਾਧਨ ਕਰਕੇ, ਨਕਲੀ ਵਿਆਹ ਕਰਕੇ, ਹੋਰ ਕੁਛ। ਅਸੀਂ ਉੱਥੇ ਜਾਣਾ ਚਾਹੁੰਦੇ ਆ, ਪਰ ਜਾਣਾ ਕਿੱਥੇ ਹੈ? ਗੋਰਿਆਂ ਦੇ ਦੇਸ਼। ਗੋਰੇ ਕੌਣ ਨੇ? ਉਹ ਗੋਰੇ ਉਹੀ ਨੇ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ ਹੈ। ਉੱਥੇ ਜਾ ਕੇ ਆਹਾ ਸਵਾਦ ਆ ਗਿਆ। ਉੱਥੇ ਤਾਂ ਬੇਰੁਜ਼ਗਾਰੀ ਮਾਰ ਗਈ ਨਾ। ਜੇ ਭਾਰਤ ਦੀ ਜੇਕਰ ਬੇਰੁਜ਼ਗਾਰੀ ਕਿਸ ਤਰੀਕੇ ਦੇ ਨਾਲ ਆ, ਤੁਸੀਂ ਹਾਲਾਤ ਵੇਖ ਰਹੇ ਹੋ ਆਏ ਦਿਨ। ਜੇਕਰ ਸਰਕਾਰਾਂ, ਸੂਬਾ ਸਰਕਾਰਾਂ ਦੀ ਗੱਲ ਕੀਤੀ, ਉੱਥੇ ਧਰਨਾ ਲੱਗਿਆ ਹੁੰਦਾ, ਕੇਂਦਰ ਸਰਕਾਰ ਨੂੰ ਘੇਰੇ ਦੇ ਵਿੱਚ ਲਿੱਤਾ ਜਾਂਦਾ, ਨਵੇਂ-ਨਵੇਂ ਬਿੱਲ ਲਿਜਾਏ ਜਾਂਦੇ ਨੇ। ਤੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਭਰੋਸਾ ਰਹਿ ਗਿਆ ਹੁਣ ਪੰਜਾਬ ਦੇ ਵਿੱਚ, ਜਾਂ ਭਾਰਤ ਦੇ ਵਿੱਚ ਜੇ ਭਰੋਸਾ ਰਹਿ ਗਿਆ? ਕਿਉਂਕਿ ਉਹਨਾਂ ਦੀ ਆਮਦਨੀ ਨਹੀਂ ਹੋ ਪਾ ਰਹੀ, ਬੇਰੁਜ਼ਗਾਰੀ ਕਿਸ ਤਰੀਕੇ ਨਾਲ ਛਾਈ ਹੋਈ ਹੈ, ਤਾਂ ਹੀ ਤੇ ਬਾਹਰ ਦਾ ਰੁੱਖ ਕਰਦੇ ਨੇ। ਬਿਲਕੁਲ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ। ਅਸੀਂ ਉੱਥੇ ਤਾਂ ਜਾਣ ਨੂੰ, ਉੱਥੇ ਸਾਡੀ ਗੈਰਤ ਅਲਾਉ ਕਰਦੀ ਹੈ, ਕਿਉਂਕਿ ਉਹ ਰਾਜ ਕਰਦੇ ਰਹੇ ਸਾਡੇ ਤੇ, ਉਹ ਸਾਡੇ ਚੰਗੀ ਤਰ੍ਹਾਂ ਜੂਤ ਮਾਰਦੇ ਰਹੇ, ਸਾਡੇ ਲਈ ਜਲਿਆਂਵਾਲਾ ਬਾਗ ਵਰਗਾ ਕਾਂਡ ਕਰਦੇ ਰਹੇ, ਖੂਨੀ ਸਾਕੇ ਚੱਲਦੇ ਰਹੇ। ਅਸੀਂ ਜਾ ਰਹੇ ਹਾਂ ਨਾ, ਫਿਰ ਵੀ ਉਦੋਂ ਕਿਹੜਾ ਬੇਰੁਜ਼ਗਾਰੀ ਨਹੀਂ ਸੀ ਭਾਜੀ? ਉਦੋਂ ਵੀ ਦੇਖੋ, ਦੇਸ਼ ਹਰ ਵੇਲੇ ਕੋਈ ਨਾ ਕੋਈ ਸਮੱਸਿਆ ਚੋਂ ਲੰਘਦਾ। ਜਿਹੜੀ ਇੱਕ ਹੁੰਦੀਆਂ ਡਿਵੈਲਪਡ ਕੰਟਰੀਜ਼, ਇੱਕ ਨੇ ਡਿਵੈਲਪਿੰਗ ਕੰਟਰੀਜ਼। ਅਸੀਂ ਡਿਵੈਲਪਿੰਗ ਕੰਟਰੀਜ਼ ਦੇ ਵਿੱਚੋਂ ਪਲਾਇਨ ਕਰਕੇ ਡਿਵੈਲਪਡ ਕੰਟਰੀ ਦੇ ਵਿੱਚ ਜਾਂਦੇ ਹਾਂ। ਪਰ ਹੁਣ ਜਦੋਂ ਸਾਡਾ ਦੇਸ਼ ਖੁਦ ਸਰਵ ਸਮਰੱਥ ਹੋ ਰਿਹਾ, ਟਾਈਮ ਲੱਗਦਾ ਹੈ, ਕਿਉਂਕਿ ਆਜ਼ਾਦੀ ਤੋਂ ਬਾਅਦ ਬਹੁਤਾ ਚਿਰ ਇੱਥੇ ਕਾਂਗਰਸ ਦਾ ਰਾਜ ਰਿਹਾ। ਹੁਣ ਜੇ ਦੇਸ਼ ਉੱਪਰ ਆਉਣ ਲੱਗਿਆ, ਜਦੋਂ ਸਾਨੂੰ ਪਤਾ ਸਾਡੀ ਜਿਹੜੀ ਪੋਪੂਲੇਸ਼ਨ ਹੈ, ਇਹ ਬਹੁਤ ਵੱਡੀ ਮਾਰਕੀਟ ਹੈ। ਕੋਕ, ਪੈਪਸੀ, ਆ ਜਿਹੜੇ ਲੇਜ਼, ਆ ਜਿਹੜੇ ਬਾਹਰ ਦੇ ਪ੍ਰੋਡਕਟ ਨੇ, ਜੋ ਉੱਥੋਂ ਦੀ ਫਲਾਣਾ ਮੇਡ ਇਨ ਫਲਾਣਾ ਜੀ, ਮੇਡ ਇਨ ਫਲਾਣਾ, ਉਹਨਾਂ ਦੀ ਬਹੁਤ ਵੱਡੀ ਮਾਰਕੀਟ ਸਾਡਾ ਦੇਸ਼ ਹੈ। ਤਾਂ ਉਹਨਾਂ ਨੂੰ ਵੀ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਜੇ ਇਹ ਦੇਸ਼ ਸਾਡਾ ਆਹ ਚੀਜ਼ ਦਾ ਬਾਇਕਾਟ ਕਰ ਦੂਗਾ ਤਾਂ ਸਾਨੂੰ ਬੜਾ ਆਰਥਿਕ ਨੁਕਸਾਨ ਹੋਊਗਾ। ਸੋ ਮੋਦੀ ਜੀ ਬਹੁਤ ਡਿਪਲੋਮੈਟਿਕਲੀ ਬੜੇ ਵਧੀਆ ਤਰੀਕੇ ਨਾਲ ਦੇਸ਼ ਨੂੰ ਗਵਰਨ ਕਰਦੇ ਪਏ ਹੈ, ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਇਹ ਮੈਸੇਜ ਹੈ ਬਹੁਤ ਲੋਕਾਂ ਤੱਕ ਪਹੁੰਚਿਆ। ਸਾਡੀ ਸਿੱਖ ਕੌਮ ਦੇ ਲੋਕਾਂ ਨੂੰ ਵੀ, ਜਿਹੜੇ ਸਮਝਦੇ ਹੈ ਵੀ ਨਹੀਂ, ਦੇਸ਼ ਨਹੀਂ ਬਦਲਿਆ ਜਾ ਸਕਦਾ ਭਾਜੀ। ਸਾਡਾ ਦਰਬਾਰ ਸਾਹਿਬ, ਸਾਡੇ ਹਰਮੰਦਰ ਸਾਹਿਬ ਇੱਥੇ ਨੇ, ਠੀਕ ਹੈ, ਸਾਡੇ ਬੰਗਲਾ ਸਾਹਿਬ ਗੁਰਦੁਆਰਾ, ਸੀਸਗੰਜ ਗੁਰਦੁਆਰਾ, ਦੁੱਖ ਨਿਵਾਰਨ ਗੁਰਦੁਆਰਾ, ਅਨੰਦਪੁਰ ਸਾਹਿਬ, ਤਖਤ ਸ਼੍ਰੀ ਅਨੰਦਪੁਰ ਸਾਹਿਬ, ਠੀਕ ਹੈ, ਤਖਤ ਸ਼੍ਰੀ ਪਟਨਾ ਸਾਹਿਬ, ਤਖਤ ਸ਼੍ਰੀ ਹਜ਼ੂਰ ਸਾਹਿਬ, ਸਾਡੇ ਤਖਤ ਇੱਥੇ ਨੇ। ਬਈ ਜਿਹੜੇ ਬਾਹਰ ਚਲ ਗਏ, ਹਮੇਸ਼ਾ ਇਹ ਸੋਚ ਲਿਆ ਕਰੋ, ਉਹਨਾਂ ਚੋਂ ਕੁਛ ਇੱਕ ਲੋਕ ਅਗਰ ਤੁਹਾਨੂੰ ਭੜਕਾਉਂਦੇ ਨੇ, ਤੁਹਾਨੂੰ ਗੁੰਮਰਾਹ ਕਰਦੇ ਨੇ, ਤੁਹਾਨੂੰ ਤੀਲੀ ਲਾਉਣ ਦੀ ਕੋਸ਼ਿਸ਼ ਕਰਦੇ ਹੈ, ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਗੁੰਮਰਾਹ ਕਰਕੇ ਕੋਈ ਇਹੋ ਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਜਿੱਥੇ ਸਿੱਖਾਂ ਦੀ ਲੜਾਈ ਦੇਸ਼ ਨਾ ਬਣਾਉਣਾ ਚਾਹੁੰਦੇ, ਨਾ ਬਣਾਇਓ ਯਾਰ। ਸਿਮਰਨਜੀਤ ਸਿੰਘ ਮਾਨ ਦੀ ਸੋਚ ਨੂੰ ਕਿੱਦਾਂ ਵੇਖਦੇ ਹੋ? ਸਿਮਰਨਜੀਤ ਸਿੰਘ ਮਾਨ ਨੇ ਵੱਲੋਂ ਵੀ ਕਿਹਾ ਗਿਆ ਸੀ ਕਿ ਜਿਹੜਾ ਖਾਲਸਾ ਝੰਡਾ ਜਿਹੜਾ ਉਹ ਲਾਇਆ ਜਾਵੇ ਉੱਪਰ, ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਟਿੱਪਣੀ ਤੁਹਾਨੂੰ ਯਾਦ ਹੋਣੀ ਜੋ ਕਿ ਭਗਤ ਸਿੰਘ ਨੂੰ ਲੈ ਕੇ ਕੀਤੀ ਸੀ, ਉਸ ਚੀਜ਼ ਨੂੰ ਲੈ ਕੇ ਸਾਰਾ ਕੁਝ ਕੀ ਵੇਖਦੇ? ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੀ ਗੱਲ ਕਰਦੇ ਨੇ, ਉਹ ਬਹੁਤੇ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਹੈ ਵੀ ਉਹ ਕਿੱਥੋਂ ਬੋਲਦੇ ਨੇ। ਉਹਨਾਂ ਦੀ ਇੱਜ਼ਤ ਕਰਦੇ ਆ, ਬਜ਼ੁਰਗ ਨੇ, ਐਜ਼ ਅ ਬਜ਼ੁਰਗ, ਪਰ ਉਹਨਾਂ ਦੀ ਸੋਚ ਨਾਲ ਮੈਂ ਇਤਫਾਕ ਨਹੀਂ ਰੱਖਦਾ, ਕਿਉਂਕਿ ਜਿਹੜੇ ਥੋੜੇ ਸਿਆਣੇ ਤੇ ਥੋੜੇ ਠੀਕ ਠਾਕ ਘਰੋਂ ਬੰਦੇ ਹੁੰਦੇ ਨੇ ਨਾ, ਉਹ ਆਪਣਾ ਵਕੀਲ ਸਭ ਕੁਝ ਕਰ ਕੇ ਸਾਂਭ ਲੈਂਦੇ ਨੇ। ਪਰ ਜਿਹੜੇ ਬੱਚੇ ਗੁੰਮਰਾਹ ਹੋ ਜਾਂਦੇ ਨੇ ਕਈ ਵਾਰੀ ਗੱਲਾਂ ਨੂੰ ਗਲਤ ਇੰਟਰਪ੍ਰੇਟ ਕਰਕੇ, ਉਹਨਾਂ ਦਾ ਅੱਗੇ ਪਿੱਛੇ ਕੋਈ ਦੇਖਣ ਵਾਲਾ ਨਹੀਂ ਹੁੰਦਾ, ਤੇ ਬਾਅਦ ਚ ਉਹਨਾਂ ਦੇ ਕੋਠਿਆਂ ਤੇ ਘਾਹ ਉੱਗਦਾ ਭਾਜੀ, ਘਰਾਂ 'ਚ ਕਬੂਤਰ ਬੋਲਦੇ ਨੇ। ਔਰ ਮੈਂ ਆਪ ਜੀ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਸਾਥੀਓ, ਸੋਚਿਓ ਜ਼ਰੂਰ, ਸਾਡੇ 1 ਜਾਂ 2 ਬੱਚਾ ਰਹਿ ਗਿਆ ਹੁਣ। ਸਿੱਖ ਕੌਮ ਦੀ ਜ਼ਿਆਦਾਤਰ ਜਿਹੜੀ ਆਪਣੇ ਆਪ ਨੂੰ ਆਗੂ ਮੰਨਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਨੂੰ ਵੀ ਦੱਸਣਾ ਚਾਹੂੰਗਾ, 1 ਜਾਂ 2 ਬੱਚਾ ਰਹਿ ਗਿਆ ਸਿੱਖਾਂ ਦਾ। ਇੱਕ ਅੱਧਾ ਕੋਈ ਪੁੱਠੇ ਕੰਮ 'ਚ ਨਸ਼ੇ 'ਚ ਪੈ ਗਿਆ, ਅਗਰ ਦੂਜਾ ਕਿਤੇ ਤੀਲੀ ਲੱਗੀ ਹੋਈ ਤੇ ਭੇਂਟ ਚੜ ਗਿਆ, ਘਰ ਉੱਜੜ ਜੂਗਾ। ਕੌਮ ਤਾਂ ਪਹਿਲਾਂ ਹੀ ਇੰਨੀ ਕੁ ਹੈ, ਇਹਨੂੰ ਉਜਾੜ ਦੋਗੇ, ਇਹਨੂੰ ਖਤਮ ਕਰ ਦੋਗੇ ਯਾਰ। ਬਾਈ ਇਹਨੂੰ ਪਣ ਦਿਓ, ਪੁੰਗਰਣ ਦਿਓ,
ਸਾਡੇ ਬੰਦੇ ਅਫਸਰ, ਸਾਡੇ ਬੰਦੇ ਜੱਜ ਬਣਾਓ, ਸਾਡੇ ਬੰਦੇ ਤਗੜੀਆਂ ਪਦਵੀਆਂ ਤੇ ਪਹੁੰਚਾਓ, ਸਾਡੇ ਬੰਦਿਆਂ ਨੂੰ ਅਕਲ ਦਿਓ ਕਿ ਇਹ ਕੌਮ ਪੜ੍ਹੇ, ਇਹ ਕੌਮ ਪੜ੍ਹ ਕੇ ਹਮੇਸ਼ਾ ਪਲਾਇਨ ਕਰਕੇ ਬਾਹਰ ਵੱਲ ਨੂੰ ਨਾ ਰੁਖ ਕਰੇ। ਇੱਥੇ ਵੀ ਜਿੱਥੇ ਤੁਹਾਡਾ ਹੱਕ ਤੁਹਾਨੂੰ ਗੁਰੂਆਂ ਨੇ ਦਿੱਤਾ, ਉਹ ਤਾਂ ਛੱਡ ਕੇ ਜਾਣਾ ਚਾਹੁੰਦੇ ਹੋ, ਜਾਂ ਤੁਹਾਨੂੰ ਕੋਈ ਇਦਾਂ ਹੀ ਗੁੰਮਰਾਹ ਕਰਕੇ ਕਤਲ ਕਰਾ ਦੂਗਾ, ਤੁਹਾਡਾ ਮਰਡਰ ਕਰਾ ਦੂਗਾ, ਤੁਹਾਨੂੰ ਜੇਲ੍ਹਾਂ 'ਚ ਭੇਜ ਦੂਗਾ। ਇਸੇ ਚੱਕਰ 'ਚ ਰਹਿਣਾ। ਓਏ ਉੱਗਣਾ ਕਦੋਂ ਐ ਅਸੀਂ? ਸੋ ਇਸ ਕਰਕੇ ਉਹਨਾਂ ਦੀ ਸੋਚ ਨਾਲ ਆਪਣੀ ਸੋਚ ਰਲਦੀ ਨਹੀਂ। ਕਈ ਵਾਰੀ ਇੱਕੋ ਕੁੱਖੋਂ ਜਾਇਆਂ ਦੀ ਸੋਚ ਨਹੀਂ ਰਲਦੀ। ਜੇ ਅਸੀਂ ਇੱਕੋ ਧਰਮ ਦੇ ਆ, ਮੇਰੀ ਸੋਚ ਉਹਨਾਂ ਨਾਲ ਰਲਦੀ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਤੁਸੀਂ, ਕਹਿੰਦੇ ਕਿ ਅਸੀਂ 135 ਬੰਦਿਆਂ ਨੇ ਸਾਈਨ ਕਰਕੇ ਦਿੱਤੇ। ਕੀ ਫਿਰ ਰਿਸਪੌਂਸ ਕੀ ਆਇਆ ਸਰਕਾਰ ਦਾ? ਕੇਂਦਰ ਸਰਕਾਰ ਕਹਿੰਦੀ ਕੀ ਸੀ ਇਸ ਬੰਦੀ ਸਿੰਘ ਦੀ ਰਿਹਾਈ ਨੂੰ ਲੈ ਕੇ? ਉਹਨਾਂ ਨੇ ਆਸ਼ਵਾਸਨ ਦਿੱਤਾ ਸੀਗਾ ਜੀ। ਉਹ ਕਹਿੰਦੇ ਅਸੀਂ ਪਹਿਲਾਂ ਵੀ ਜਿਹੜੀ ਕਾਲੀ ਸੂਚੀ ਸੀ ਉਹ ਬੀਜੇਪੀ ਨੇ ਖਤਮ ਕੀਤੀ ਹੈ। ਜਿਹੜੇ ਸਿੱਖ ਪਹਿਲਾਂ ਬਾਹਰ ਚਲ ਗਏ ਸੀ ਤੇ ਉਹ ਇੱਥੇ ਆ ਨਹੀਂ ਸੀ ਸਕਦੇ। ਕਈ ਸਾਲ ਹੋ ਗਏ ਉਹਨਾਂ ਨੂੰ, 35 ਸਾਲ ਆ ਨਹੀਂ ਸਕਦੇ। ਉਹ ਕਾਲੀ ਸੂਚੀ ਕਿਹਨੇ ਖਤਮ ਕੀਤੀ? ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ। ਹੁਣ ਵੀ ਕਈ ਬੰਦੀ ਸਿੰਘ ਨੇ ਜਿਹੜੇ ਰਿਹਾ ਕੀਤੇ ਜਾ ਚੁੱਕੇ ਨੇ। ਕੁਛ ਇੱਕ ਜਿਹੜੇ ਰਹਿੰਦੇ ਨੇ ਉਹਨਾਂ ਲਈ ਵੀ ਸਾਡੀ ਵੀ ਜਦੋਂ ਜਹਿਦ ਜਾਰੀ ਹੈ, ਤੇ ਉਹ ਉਧਰੋਂ ਵੀ ਕੋਸ਼ਿਸ਼ ਹੈਗੀ ਉਹਨਾਂ ਦੀ ਕਿ ਜਿਵੇਂ ਉਹ ਹੋਈ ਜਾਊਗਾ ਅਸੀਂ ਉਹਨਾਂ ਨੂੰ ਵੀ ਰਿਹਾ ਕਰਾਂਗੇ। ਸਾਥੀ ਦੇ ਨਾਲ ਮੇਰੀ ਗੱਲਬਾਤ ਹੋ ਰਹੀ, ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਹੋ ਰਹੀ ਸੀ। ਕਹਿੰਦੇ ਸਾਡੀ ਜਿਹੜੀ ਆ ਅਸੀਂ ਅਪੀਲ ਜ਼ਰੂਰ ਕੀਤੀ ਸੀ ਕਿ ਕੇਂਦਰ ਸਰਕਾਰ ਸਾਨੂੰ ਹੌਸਲਾ ਤਾਂ ਦਿੰਦੀ ਹੈ ਕਿ ਕੋਈ ਗੱਲ ਨਹੀਂ ਤੁਹਾਡਾ ਹੋ ਜਾਊਗਾ, ਲੇਕਿਨ ਹੁੰਦਾ ਕਹਿੰਦੇ ਕੁਛ ਨਹੀਂਗਾ। ਬਾਅਦ ਚੋਂ ਐਵੇਂ ਜਿਹੜੀ ਉਹ ਫਾਈਲ ਲਟਕਦੀ ਜਾਂਦੀ ਹੈ, ਅਸੀਂ ਆਸ਼ਵਾਸਨ ਦੇ ਕੇ ਤੋੜ ਦਿੱਤਾ ਜਾਂਦਾ। ਲੱਗਦਾ ਹੈ ਕੱਲ 15 ਅਗਸਤ ਦਾ ਦਿਨ ਹੈ ਔਰ ਕੱਲ ਦੇ ਦਿਨ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਰਿਹਾਈ ਹੋ ਜਾਏ। ਮੈਨੂੰ ਭਾਜੀ ਇਹਦੇ ਬਾਰੇ ਜਾਣਕਾਰੀ ਨਹੀਂ, ਪਰ ਅਸੀਂ ਲੱਗੇ ਹੋਏ ਹਾਂ। ਕੋਸ਼ਿਸ਼ ਹੈ ਕਿ ਦੇਖੋ ਅਗਰ ਬੰਦੀ ਸਿੰਘ ਰਿਹਾ ਹੁੰਦੇ ਨੇ, ਅਸੀਂ ਛਾਤੀ ਚੌੜੀ ਕਰਕੇ ਕਹਿੰਦੇ ਆ ਦੇਖਿਆ ਜੀ, ਹੈ ਨਾ। ਪਰ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਅਸੀਂ ਆਪਣੇ ਵੱਲੋਂ ਸ਼੍ਰੀ ਅਮਿਤ ਸ਼ਾਹ ਜੀ ਹੋਮ ਮਿਨਿਸਟਰ ਤੇ ਸ਼੍ਰੀ ਗਜੇਂਦਰ ਸ਼ੇਖਾਵਤ ਜੀ, ਦੁਸ਼ਯੰਤ ਗੌਤਮ ਜੀ, ਸਭ ਨੂੰ ਅਸੀਂ ਰਿਟਰਨ ਦੇ ਚੁੱਕੇ ਹਾਂ ਤੇ ਇੱਕ ਪ੍ਰੋਸੈਸ ਚੱਲਦਾ ਪਿਆ ਔਰ ਬਹੁਤ ਛੇਤੀ ਖੁਸ਼ਖਬਰੀ ਆ ਸਕਦੀ ਹੈ। ਪ੍ਰੋਸੈਸ ਲੱਗਦਾ ਨਹੀਂ ਕੋਈ ਜ਼ਿਆਦਾ ਲੰਬਾ ਚਲਾ ਗਿਆ, ਕਿਉਂਕਿ ਜਿਹੜਾ ਆਰਡਰ ਤੇ ਪ੍ਰਧਾਨ ਮੰਤਰੀ ਨੇ ਆਪ ਦਿੱਤੇ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ। ਭਾਈ ਦਿੱਤੇ ਹੋਏ ਨੇ, ਚੱਲਦਾ, ਉਹ ਤਾਂ ਹੀ ਤਾਂ ਰਿਹਾ ਹੋਏ ਨੇ, ਤਾਂ ਹੀ ਤਾਂ ਕਾਲੀ ਸੂਚੀ ਖਤਮ ਹੋਈ ਹੈ। ਇਹ ਜਿਹੜਾ ਵਾਘਾ ਬਾਰਡਰ ਤੇ ਆਪਣੇ ਕਰਤਾਰਪੁਰ ਦਾ ਲਾਂਘਾ ਖੁੱਲਿਆ, ਪ੍ਰਧਾਨ ਮੰਤਰੀ ਜੀ ਦੀ ਪਰਸਨਲ ਦਖਲਅੰਦਾਜ਼ੀ 'ਚ ਖੁੱਲਿਆ। ਸਾਡੇ ਲੋਕ ਕੀ ਹੈ ਵੀ ਦੇਖੋ, ਜਸਟਿਨ ਟਰੂਡੋ ਹੈ ਕੈਨੇਡਾ ਦੇ ਸਾਡੇ ਪ੍ਰਾਈਮ ਮਿਨਿਸਟਰ ਨੇ। ਉਹ ਜਦੋਂ ਪੱਗ ਬੰਨ ਕੇ ਆਉਂਦੇ ਨੇ ਗੁਰਦੁਆਰੇ 'ਚ ਵੋਟਾਂ ਵੇਲੇ, ਹੈ ਨਾ, ਸਾਰੇ ਸਿੱਖ ਆਲੇ ਦੁਆਲੇ ਵਧੀਆ ਬਈ ਗੋਰੇ ਨੇ ਪੱਗ ਬੰਨ ਲਈ, ਹੈ ਨਾ। ਉਹਨਾਂ ਨੇ ਧਰਮ ਤਾਂ ਨਹੀਂ ਅਪਣਾ ਲਿਆ ਸਿਰਫ ਤੁਹਾਨੂੰ ਕੁਝ ਕਰਨ ਲਈ ਉਸ ਟਾਈਮ ਤੇ, ਐਜ਼ ਅ ਕਾਈਂਡ ਜੈਸਚਰ, ਹਿਊਮੈਨਿਟੇਰੀਅਨ ਜੈਸਚਰ, ਕਿ ਮੈਂ ਵੀ ਤੁਹਾਡੇ ਵਰਗਾ ਲੱਗਾ। ਵੋਟਾਂ ਦਾ ਵੀ ਇੱਕ ਮਕਸਦ ਹੁੰਦਾ, ਪਰ ਉੱਥੇ ਜਾ ਕੇ ਉਹ ਆਪਾਂ ਕਹਿੰਦੇ ਵਧੀਆ। ਸਾਡੇ ਪ੍ਰਾਈਮ ਮਿਨਿਸਟਰ ਮੈਨੂੰ ਲੱਗਦਾ 3 ਮਹੀਨਿਆਂ 'ਚ 5 ਵਾਰੀ ਪੱਗ ਬੰਨ ਚੁੱਕੇ ਨੇ ਵੀ ਸਿੱਖਾਂ ਦੇ ਨਾਲ। ਅੱਜ ਨਹੀਂ, ਨਾਲੇ ਕਈ ਸਾਲਾਂ ਤੋਂ। ਔਰ ਉਹ ਇੱਥੇ ਆਪ ਜਦੋਂ ਐਮਰਜੈਂਸੀ 'ਚ ਸੀ ਲੱਗੀ ਹੋਈ, ਉਹਨਾਂ ਦਿਨਾਂ 'ਚ ਵੀ ਇੱਥੇ ਪੱਗ ਬੰਨ ਕੇ ਰਹੇ ਨੇ। ਉਹ ਕਹਿੰਦੇ ਮੈਂ ਇੱਥੇ ਪਿੰਡਾਂ 'ਚ ਪਿੰਡ ਘੁੰਮਿਆ ਹੋਇਆ, ਪੰਜਾਬ ਨੂੰ ਮੈਂ ਅੰਦਰੋਂ ਜਾਣਦਾ, ਸਿੱਖ ਕੌਮ ਨੂੰ ਮੈਂ ਅੰਦਰੋਂ ਜਾਣਦਾ। ਤੇ ਸਾਨੂੰ ਯਾਰ ਜਿਹੜਾ ਪ੍ਰਧਾਨ ਮੰਤਰੀ ਸਿੱਖ ਕੌਮ ਦੀ ਰਿਸਪੈਕਟ ਕਰਦੇ ਹੋਏ ਸਾਡੇ ਵੱਲ ਨੂੰ ਦੋਸਤੀ ਦਾ ਹੱਥ ਵਧਾ ਰਿਹਾ, ਸਾਡੇ ਨਾਲ ਨੇੜੇ ਆ ਰਿਹਾ, ਇਸ ਟਾਈਮ ਫਾਇਦਾ ਲਓ। ਦਿਸ ਇਜ਼ ਦਾ ਰਾਈਟ ਟਾਈਮ ਕਿ ਆਪਾਂ ਸੋਚ ਨਾਲ ਨਹੀਂ ਮਿਲਦੇ ਕਿੱਥੇ। ਪੰਜਾਬ ਦੀ ਜਿਹੜੀ ਸੋਚ ਹੈ, ਪੰਜਾਬ ਦੇ ਜਿਹੜੇ ਲੋਕ ਨੇ, ਉਹ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰ ਰਹੇ। ਹਾਲਾਂਕਿ ਪਠਾਨਕੋਟ ਦੇ ਵਿੱਚ ਰੈਲੀ ਦੇ ਵਿੱਚ ਆ ਕੇ ਕਹਿੰਦੇ ਸੀ ਕਿ ਮੈਂ ਪਠਾਨਕੋਟ ਰਹਿ ਕੇ ਗਿਆ ਹੂੰ, ਲੇਕਿਨ ਲੱਗਦਾ ਨਹੀਂ ਕਿ ਪੰਜਾਬ ਦੇ ਲੋਕਾਂ ਨੇ ਉਹ ਰਹਿ ਕੇ ਗਏ ਹੂੰ ਕੋ ਪਸੰਦ ਨਹੀਂ ਕੀਤਾ। ਏਦਾਂ ਕੌਣ ਕਹਿੰਦਾ ਜੀ ਬਈ ਪੰਜਾਬ ਨੇ ਪਸੰਦ ਨਹੀਂ ਕੀਤਾ? ਇਹ ਤਾਂ ਜਦੋਂ ਤੁਸੀਂ ਗੁੰਮਰਾਹ ਕਰੀ ਜਾਓਗੇ। ਸਾਡੀ ਕੌਮ ਹੈ ਨਾ ਜੀ, ਸਾਡੀ ਕੌਮ ਭੋਲੀ ਹੈ, ਦਲੇਰ ਬਹੁਤ ਹੈ, ਪਰ ਨਾਲ ਭੋਲੀ ਵੀ ਬਹੁਤ ਹੈ। ਗਰਾਊਂਡ ਸੱਚਾਈ ਜਦੋਂ ਅਸੀਂ ਜ਼ਿਆਦਾ ਦਿਮਾਗ 'ਚ ਰੱਖਾਂਗੇ ਨਾ ਵੀ ਸਾਡਾ ਫਾਇਦਾ ਕਿੱਥੇ ਹੈ, ਉਦੋਂ ਅਸੀਂ ਮਾਰ ਨਹੀਂ ਖਾਵਾਂਗੇ। ਜਦੋਂ ਸਾਨੂੰ ਕੁਝ ਮਿਲਣ ਵਾਲਾ ਹੁੰਦਾ ਅਸੀਂ ਪਿੱਠ ਕਰਕੇ ਖੜ ਜਾਂਦੇ ਹਾਂ। ਬਹੁਤੀ ਵਾਰੀ ਇਤਿਹਾਸ 'ਚ ਹੋਇਆ, ਅਸੀਂ ਲੜਾਈਆਂ ਜਿੱਤੀਆਂ ਬਹੁਤ, ਪਰ ਲੜਾਈਆਂ 'ਚੋਂ ਫਾਇਦਾ ਨਹੀਂ ਲਿਆ ਸਿੱਖ ਕੌਮ ਨੇ। ਸੋ ਪ੍ਰਧਾਨ ਮੰਤਰੀ ਸਾਹਿਬ ਦਿਲੋਂ ਪੂਰੇ ਧਰਮਾਂ ਨੂੰ ਨਾਲ ਲੈ ਕੇ ਇਸ ਦੇਸ਼ ਦੀ ਤਰੱਕੀ ਚਾਹੁੰਦੇ ਨੇ, ਕਿਉਂਕਿ ਅਗਰ ਦੇਸ਼ ਉਹਨਾਂ ਦੇ ਕਾਰਜਕਾਲ ਦੇ ਵਿੱਚ ਤਰੱਕੀ ਕਰੂਗਾ, ਇਤਿਹਾਸ 'ਚ ਲਿਖਿਆ ਜਾਊਗਾ। ਐਂਡ ਵਾਈ ਵਿਲ ਨਾਟ ਮੋਦੀ ਜੀ ਵਾਂਟ ਕਿ ਮੇਰੇ ਕਾਰਜਕਾਲ ਦੇ ਵਿੱਚ ਦੇਸ਼ ਅਸਲੀ ਫਲਾਈਟ ਲੈ ਰਿਹਾ ਸੀ, ਡਿਵੈਲਪਡ ਕੰਟਰੀਜ਼ ਵੱਲ ਦੀ ਫਲਾਈਟ ਲੈ ਰਿਹਾ ਸੀਗਾ, ਵਿਸ਼ਵ ਗੁਰੂ ਬਣਨ ਵਾਲੀ ਫਲਾਈਟ ਲੈ ਰਿਹਾ ਸੀ।
ਫਲਾਈਟਾਂ ਦੀ ਗੱਲ ਕਰ ਰਹੇ ਹੋ, ਫਲਾਈਟਾਂ ਤੇ ਕਹਿੰਦੇ ਅੱਜ ਕੱਲ ਵਿਰੋਧੀ ਵੀ ਸਿੱਧੇ ਤੌਰ ਤੇ ਘੇਰ ਰਹੇ ਨੇ, ਕਹਿੰਦੇ ਫਲਾਈਟਾਂ ਤੇ ਹੁਣ ਪ੍ਰਾਈਵੇਟ ਘਰਾਣੇ ਵਾਲੀ ਚੱਲ ਰਹੀਆਂ ਨੇ, ਕਿਉਂਕਿ ਜਿਹੜੀ ਚੀਜ਼ ਹੁੰਦੀ ਹੈ ਸਰਕਾਰ ਦੀ ਉਹ ਪ੍ਰਾਈਵੇਟ ਘਰ ਦੇ ਵੱਲ ਚਲੀ ਜਾਂਦੀ ਹੈ। ਬਿਜਲੀ ਸੋਧ ਬਿੱਲ ਲਿਆਏ, ਪ੍ਰਾਈਵੇਟ ਜਿਹੜੇ ਘਰਾਂ ਨੂੰ ਫਾਇਦਾ ਦੇਣ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ। ਲੱਗਦਾ ਨਹੀਂ ਕਿ ਪ੍ਰਾਈਵੇਟ ਵਾਲੀ ਫਲਾਈਟ ਜ਼ਿਆਦਾ ਚੱਲ ਰਹੀ ਹੈ ਸਰਕਾਰੀ ਛੱਡ ਕੇ? ਭਾਈ ਜਿਹੜੀ ਸਰਕਾਰੀ ਮਹਿਕਮਾ ਆ, ਤੁਸੀਂ ਵੀ ਤੁਹਾਡੇ ਘਰਾਂ 'ਚੋਂ ਵੀ ਕੋਈ ਸਰਕਾਰੀ ਅਫਸਰ ਹੋਣਗੇ। ਮੈਂ ਇੱਥੇ ਖੁਦ ਨਾ ਉਹਦੇ ਸਰਕਾਰੀ ਦਫ਼ਤਰਾਂ 'ਚ ਬਹੁਤ ਅੱਜ ਵੀ ਲੋਕੀ ਸਮਝਦੇ ਮੈਂ ਬੀਜੇਪੀ ਦਾ ਲੀਡਰ ਹੈ, ਮੇਰੀ ਪਨੀ। ਮੈਂ ਭਾਜੀ ਸਿਫਾਰਿਸ਼ ਨਹੀਂ ਲੈ ਕੇ ਚੱਲਦਾ ਕਦੇ। ਮੈਂ ਕਿਹੜਾ ਭਗਵੰਤ ਮਾਨ ਨੂੰ ਨਹੀਂ ਕਹਿ ਸਕਦਾ ਕਿ ਮੇਰਾ ਕੰਮ ਕਰਾ ਦੇ। ਅੱਜ ਵੀ ਚੱਲ ਜਾਓ ਤੁਸੀਂ ਥਾਣਾ ਸਦਰ ਖਰੜ, ਤੁਸੀਂ ਚੱਲ ਜਾਓ ਥਾਣਾ ਸਿਟੀ ਖਰੜ, ਤੁਸੀਂ ਚੱਲ ਜਾਓ ਮਿਊਨਿਸਪਲ ਕਮੇਟੀ ਖਰੜ, ਤੁਸੀਂ ਚੱਲ ਜਾਓ SDM ਆਫਿਸ ਖਰੜ, ਤੁਸੀਂ ਇੱਥੇ ਜਿਹੜੀ ਕੋਰਟ ਹੈ ਉੱਥੇ ਖਰੜ। ਲੋਕਾਂ ਨੂੰ ਮਿਲੂੰਗਾ ਮੈਂ ਉੱਥੇ ਹੀ ਮਿਲਦਾ। ਮੈਂ ਕਦੀ ਕਾਗਜ਼ ਕਢਾ ਰਿਹਾ ਕਿਸੇ ਦੀ RTI। ਇੱਕ ਬਿਲਡਰ ਹੈ, ਉਹ ਮੇਰੇ ਨਾਲ ਧੋਖਾ ਧੱਕਾ ਕਰੀ ਬੈਠਾ। ਹਾਈ ਕੋਰਟ 'ਚ ਵੀ ਲਿਖ ਕੇ ਦੇ ਕੇ ਕਿ ਮੈਂ ਹਾਂ ਇਹਦੇ ਦੇਣੇ ਆ ਪੈਸੇ, ਕਰਾਰ ਕਰਕੇ ਵੀ ਮੁੱਕਰੀ ਬੈਠਾ ਜੀ, ਤੇ ਕੋਈ ਸੁਣਵਾਈ ਨਹੀਂ। ਆ ਭਗਵੰਤ ਮਾਨ ਦੀ ਸਰਕਾਰ ਹੈ। ਇਸੇ ਦੀ ਸਰਕਾਰ ਦੇ ਵਿੱਚ ਮੇਰੇ ਨਾਲ 28 ਅਪ੍ਰੈਲ 2022 ਮਾਰਚ 'ਚ ਬਣ ਗਿਆ ਮੁੱਖ ਮੰਤਰੀ ਭਗਵੰਤ ਮਾਨ। 28 ਅਪ੍ਰੈਲ 2022 ਨੂੰ ਮੋਰਿੰਡੇ ਤੋਂ ਜਾਲੀ ਪਾਵਰ ਆਫ ਟਾਰਨੀ ਬਣਾਈ ਬਿਲਡਰ ਰਾਧੇ ਸੋਨੀ ਮਾਂ ਸ਼ਿਮਲਾ ਹੋਮ ਬਣਾ ਕੇ, ਉਸ ਪਾਵਰ ਆਫ ਟਾਰਨੀ ਦੇ ਆਧਾਰ ਤੇ ਖਰੜ ਆ ਕੇ ਮੇਰੇ ਨਾਂ ਤੇ ਰਜਿਸਟਰੀ ਕਰਾਤੀ। ਅੱਜ ਤੱਕ ਭਾਜੀ ਪਰਚਾ ਦਰਜ ਨਹੀਂ ਹੋਇਆ। ਲੋਕੀ ਕਹਿੰਦੇ ਤੇਰੇ ਤੋਂ ਚੱਲਦੀ ਹੈ, ਬੀਜੇਪੀ ਦਾ ਲੀਡਰ ਹੈ ਤੂੰ ਆਇਆ। ਭਾਜੀ ਮੈਂ ਤਾਂ ਕੋਈ ਭਗਵੰਤ ਮਾਨ, ਕੋਈ ਅਨਮੋਲ ਗਗਨ, ਮੈਂ ਕਿਤੇ ਹੱਥ ਜੋੜਨ ਨਹੀਂ ਗਿਆ। ਮੈਂ ਕਿਹਾ ਕੋਈ ਗੱਲ ਨਹੀਂ, ਧੱਕੇ ਖਾਵਾਂਗੇ, ਸਿੱਖਾਂਗੇ। ਸਿਫਾਰਸ਼ਾਂ ਨਾਲ ਭਾਜੀ ਅਕਲ ਨਹੀਂ ਆਉਂਦੀ। ਬੰਦਾ ਕਹਿੰਦਾ ਮੈਂ ਆਪ ਜਾਣਾ ਯਾਰ, ਮੈਨੂੰ ਪਤਾ ਲੱਗਿਆ ਪ੍ਰੋਸੈਸ ਕੀ ਹੈ, ਮੈਨੂੰ ਪਤਾ ਲੱਗਿਆ ਵੀ ਕਿਹੜਾ ਬੰਦਾ ਕਿੱਥੇ ਕਿਵੇਂ ਕਿਹੜੀ ਗੋਲੀ ਦੇ ਰਿਹਾ, ਕਿਹੜਾ ਬੰਦਾ ਕਿਹੜਾ ਅਫਸਰ ਪੈਸੇ ਖਾਈ ਬੈਠਾ ਤੇ ਤੁਹਾਨੂੰ ਕਹਿੰਦਾ ਹਾਂਜੀ ਕੋਈ ਗੱਲ ਨਹੀਂ ਜੱਸੀ ਜੀ ਚਾਹ ਪੀਓਗੇ, ਹਾਂ ਲੈ ਕੋਈ ਗੱਲ ਨਹੀਂ ਕਰ ਦੇਣੇ ਕੰਮ। ਭਾਜੀ ਧੱਕੇ ਖਾ ਰਿਹਾ ਮੈਂ। 28 ਅਪ੍ਰੈਲ, 28 ਮਈ ਲੰਘ ਗਈ, 28 ਜੂਨ ਲੰਘ ਗਈ, 28 ਜੁਲਾਈ ਲੰਘ ਗਈ, 28 ਅਗਸਤ ਆਉਣ ਵਾਲੀ ਹੈ। ਤੇ ਜੱਸੀ ਜਸਰਾਜ ਅੱਜ ਵੀ ਇੱਕ ਬਿਲਡਰ ਨੂੰ, ਜਿਹਨੂੰ ਪਤਾ ਇੱਥੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਮੈਂ ਜਾਣਾ ਉੱਥੇ, ਕੋਈ ਸੁਣਵਾਈ ਨਹੀਂ। ਸਰਕਾਰ ਕਰਾ ਰਹੀ ਹੈ। ਤੁਸੀਂ ਜਿੱਦਾਂ ਸਿੱਧੇ ਤੌਰ ਤੇ ਸਵਾਲ ਖੜੇ ਕਰ ਰਹੇ ਹੋ, ਕਹਿੰਦੇ ਕਿ ਮੈਂ ਸਿਫਾਰਿਸ਼ ਜਿਹੜੀ ਲਾ ਸਕਦਾ, ਲੇਕਿਨ ਸਿਫਾਰਿਸ਼ ਲੱਗ ਨਹੀਂ ਰਹੀ, ਲਟਕਾਇਆ ਜਾ ਰਿਹਾ ਕੰਮ ਨੂੰ। ਤੁਹਾਨੂੰ ਇੱਕ ਮੈਂ ਤੁਹਾਨੂੰ ਕਾਗਜ਼ ਕੱਢ ਕੇ ਦੇ ਸਕਦਾ ਭਾਜੀ। ਮੈਂ ਹੁਣ ਵੀ ਕਾਰ ਦੀ ਡਿੱਕੀ ਖੋਲਾਂ ਨਾ, ਮੇਰੀ ਕਾਰ ਦੀ ਡਿੱਕੀ ਕਾਗਜ਼ਾਂ ਨਾਲ ਭਰੀ ਪਈ ਹੈ। ਕਾਰ ਦੀ ਪਿਛਲੀ ਸੀਟ ਤੇ ਵੀ ਕਾਗਜ਼ ਪਏ ਹੋਣਗੇ। ਔਰ ਜਾ ਕੇ ਤੁਸੀਂ ਖਰੜ ਕਿਤੇ ਵੀ ਜਾ ਕੇ ਪਤਾ ਕਰ ਲਓ ਸਰਕਾਰੀ ਵੀ ਇਹ ਜੱਸੀ ਆਉਂਦਾ ਹੈ। SSP ਆਫਿਸ 25 ਜੂਨ 2022 ਮੈਂ ਦਿੱਤੀ ਸ਼ਿਕਾਇਤ, ਇੱਕ ਲਿਖਤੀ ਦਿੱਤੀ। ਉਹ ਕਹਿੰਦੇ ਜੀ ਇਹ ਤਾਂ ਮਾਮਲਾ ਸੋਲਵ ਹੋ ਗਿਆ। ਆਪਣੇ ਦਿੱਤੀ ਸੀ DGP ਪੰਜਾਬ ਨੂੰ। DGP ਪੰਜਾਬ ਤੋਂ IG ਕੋਲ ਆਈ, IG ਪੰਜਾਬ ਆਪਣੇ ਰੋਪੜ ਰੇਂਜ ਤੇ, ਉਹਨਾਂ ਕੋਲੋਂ ਆ ਗਿਆ ਮੈਨੂੰ ਜਵਾਬ, ਈਮੇਲ ਕੱਢ ਦਿੰਦਾ ਤੁਹਾਨੂੰ ਫੋਨ ਚੋਂ, ਕਹਿੰਦੇ ਤੁਹਾਡਾ ਤਾਂ ਮਾਮਲਾ ਸੋਲਵ ਹੋ ਗਿਆ। ਮੈਂ ਕਿਹਾ ਦੱਸੋ, ਲਿਖਤੀ ਹੋਈ ਝੂਠ ਬੋਲੀ ਜਾਂਦੇ ਹੋ ਯਾਰ। ਫਿਰ ਮੈਂ ਹਤਾਸ਼ ਹੋ ਕੇ ਦਿੱਤੀ SSP ਸਾਹਿਬ ਨੂੰ। SSP ਸਾਹਿਬ ਤੋਂ ਗਈ DSP ਖਰੜ ਨੂੰ, DSP ਖਰੜ ਤੋਂ ਆਈ SHO ਖਰੜ ਨੂੰ, SHO ਖਰੜ ਤੋਂ ਰਿਪੋਰਟ ਬਣ ਕੇ ਗਈ ਵੀ ਪਰਚਾ ਬਣਦਾ, ਡਾਕੂਮੈਂਟਰੀ ਪ੍ਰੂਫ ਨੇ, ਫੋਰਜਰੀ ਦਾ ਪਰਚਾ ਵੀ ਬਣਦਾ, ਚੀਟਿੰਗ ਦਾ ਵੀ ਬਣਦਾ। ਉਹ ਤੋਂ ਗਈ ਫਿਰ DSP ਖਰੜ, DSP ਖਰੜ ਤੋਂ ਫਿਰ ਗਈ SP ਰੂਰਲ ਮੋਹਾਲੀ, SP ਰੂਰਲ ਤੋਂ ਫਿਰ ਗਈ DSP ਖਰੜ, DSP ਖਰੜ ਤੋਂ ਫਿਰ ਆ ਗਈ SHO ਖਰੜ। ਉੱਥੇ ਪਈ ਹੈ ਜੀ, ਪਰਚਾ ਨਹੀਂ ਦਰਜ ਹੋਇਆ। ਸ਼ਰੇਆਮ ਮੈਨੂੰ ਇਹ ਦੱਸੋ ਕਿਹੜੀ ਪਾਵਰ ਆਫ ਟਾਰਨੀ ਹੈ ਭਾਜੀ ਜਿੱਥੇ ਨਕਲੀ ਬੰਦਾ ਖੜਾਇਆ ਗਿਆ, ਅਸਲੀ ਬੰਦਾ ਦੀ ਥਾਂ ਤੇ ਨਕਲੀ ਖੜਾਇਆ, ਉਹਦੇ ਨਾਲ ਨਕਲੀ ਗਵਾਹ ਪੈਦਾ ਕੀਤੇ। ਇੱਕ ਐਡਵੋਕੇਟ ਵੀ ਵਿੱਚ ਹੈ। ਅੱਜ ਤੱਕ ਪਰਚਾ ਨਹੀਂ ਦਰਜ ਹੋਇਆ ਭਾਜੀ। ਰੋਪੜ ਤੱਕ ਜਾਇਆ ਮੈਂ, ਕਿਉਂਕਿ ਮੋਰਿੰਡਾ ਪੈਂਦਾ ਰੋਪੜ 'ਚ। ਉੱਥੇ ਬਣੀ ਹੈ ਪਾਵਰ ਆਫ ਟਾਰਨੀ ਜਾਲੀ। ਕਿੱਦਾਂ ਬਣ ਗਈ ਭਾਜੀ? ਬਿਨਾਂ ਪੈਸੇ ਤੋਂ ਬਣ ਗਈ। ਸਰਕਾਰ ਤੇ ਕਹਿੰਦੀ ਇਹ ਚੀਜ਼ਾਂ ਰੋਕਦੀਆਂ। ਸ਼ਰੇਆਮ ਕਰਪਸ਼ਨ ਹੋਈ, ਸ਼ਰੇਆਮ। ਭਗਵੰਤ ਮਾਨ ਨੂੰ ਕਹਿਣਾ ਕਿ ਮੇਰੇ ਕੋਲ ਤੇਰਾ ਫੋਨ ਨੰਬਰ ਨਹੀਂ ਹੋਏ, ਅਨਮੋਲ ਗਗਨ ਮਾਨ ਦਾ ਮੇਰੇ ਕੋਲ ਫੋਨ ਨੰਬਰ ਨਹੀਂ, ਕੀ ਤੁਹਾਨੂੰ ਦਿਖ ਨਹੀਂ ਰਿਹਾ ਤੁਹਾਡੀ ਛਤਰ ਛਾਇਆ 'ਚ ਕਰਪਸ਼ਨ ਹੋ ਰਹੀ ਹੈ? ਇਹ ਕਿੱਥੇ ਹਿੱਸਾ ਜਾ ਰਿਹਾ? ਹੁਣ ਨਹੀਂ ਕਹਿ ਸਕਦੇ ਮਜੀਠੀਏ ਨੂੰ ਜਾ ਰਿਹਾ, ਸੁਖਬੀਰ ਨੂੰ ਜਾ ਰਿਹਾ, ਜਾਂ ਉਧਰ ਕਾਂਗਰਸ ਵੱਲ ਜਾ ਰਿਹਾ। ਹੁਣ ਕਿੱਧਰ ਜਾ ਰਿਹਾ ਉਹ ਕਰਪਸ਼ਨ ਦਾ ਪੈਸਾ? ਇਹਦਾ ਮਤਲਬ ਰਾਘਵ ਚੱਡੇ ਨੂੰ ਜਾ ਰਿਹਾ, ਇਹਦਾ ਮਤਲਬ ਕੇਜਰੀਵਾਲ ਨੂੰ ਜਾ ਰਿਹਾ ਉਹ ਪੈਸਾ, ਇਹਦਾ ਮਤਲਬ ਭਗਵੰਤ ਮਾਨ ਸਾਹਿਬ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ, ਇਹ ਸ਼ਗਨ ਤੁਹਾਡੇ ਵੱਲ ਤਾਂ ਨਹੀਂ ਆ ਰਿਹਾ। ਪਤਾ ਕਰ ਲੈ ਭਗਵੰਤ ਸਿਆ, ਸਿਰਫ ਭਗਤ ਸਿੰਘ ਦੀ ਪੱਗ ਬੰਨ ਕੇ ਨਹੀਂ ਸਰਨਾ, ਕੰਮ ਕਰਨੇ ਪੈਣੇ ਆ। ਤੇ ਤੇਰੇ ਸਾਹਮਣੇ ਮੇਰੇ ਨਾਲ ਧੱਕਾ ਹੋਇਆ, ਇੱਕ ਵਾਰ ਵੀ ਦੱਸ ਤੇਰੇ ਤੱਕ ਅਪਰੋਚ ਕੀਤੀ ਹੋਵੇ ਵੀ ਬਾਈ ਪਰਚਾ ਕਰਾ ਦੇ ਯਾਰ, ਮੇਰਾ ਕੰਮ ਕਰਾ ਦੇ। ਕਿਉਂ ਬਾਈ ਮਿੰਨਤਾਂ ਕਿਉਂ ਕਰਾਂ ਮੈਂ? ਤੂੰ ਕਿਹਾ ਸਾਡੇ ਇੱਥੇ ਕਰਪਸ਼ਨ ਨਹੀਂ ਹੁੰਦੀ ਜੀ, ਬਹੁਤ ਅੱਛਾ ਪੰਜਾਬ ਹੋ ਗਿਆ ਹੈ ਜੀ,
ਗੁਜਰਾਤ 'ਚ ਵੀ ਜਾ ਕੇ ਆਹੀ ਰੌਲਾ ਪਾਇਆ, ਹਿਮਾਚਲ 'ਚ ਵੀ ਝੂਠ ਬੋਲੀ ਜਾਂਦੇ ਹੋ। ਮੇਰੇ ਨਾਲ ਹੋਇਆ ਧੱਕਾ, ਮੇਰੇ ਨਾਲ ਹੋਇਆ ਧੋਖਾ, ਗਵਾਹ ਬੈਠਾ ਮੈਂ, ਕਾਗਜ਼ ਬੋਲਦੇ ਨੇ। ਭੇਜ ਦਿੰਦੇ ਜਿਹੜੀ ਵੀਡੀਓ ਬਣਾਉਣ ਦਾ ਪ੍ਰੂਫ, ਕਹਿੰਦੇ ਕਿ ਵੀਡੀਓ ਬਣਾ ਕੇ ਭੇਜੋ ਤਾਂ ਅਸੀਂ ਕਾਰਵਾਈ ਕਰਾਂਗੇ। ਉਹ ਬਾਈ ਜੀ ਸ਼ਰੇਆਮ ਡਾਕੂਮੈਂਟਰੀ ਪ੍ਰੂਫ ਹੈ, ਪਰਚਾ ਨਹੀਂ ਦਰਜ ਹੋ ਰਿਹਾ। ਕਿਉਂ? ਹੁਣ ਦੱਸੋ ਵਾਈ ਮਿਸਟਰ ਭਗਵੰਤ ਮਾਨ। ਇਹ ਲਿਪਾ ਪੋਚੀ ਜ਼ਿਆਦਾ ਦੇਰ ਨਹੀਂ ਚੱਲਣੀ ਭਗਵੰਤ। ਮੈਂ ਕਾਂਗਰਸ ਦੀ ਸਰਕਾਰ ਆਈ ਭਾਜੀ, ਮੈਂ ਉਦੋਂ ਵੀ ਭਟਕ ਰਿਹਾ ਸੀ। ਜਦੋਂ ਅਕਾਲੀਆਂ ਦੀ ਸਰਕਾਰ ਸੀ ਮੈਂ ਉਦੋਂ ਵੀ ਇਕੱਲਾ ਹੀ ਭਟਕਿਆ। ਜਾ ਪਤਾ ਕਰ ਲਓ, ਮੈਂ ਨਹੀਂ ਸਿਫਾਰਿਸ਼ ਲਾਈ ਕਿਸੇ ਦੀ। ਮੈਂ ਕਿਉਂ? ਸਿੱਖਾਂਗੇ ਕਿੱਥੋਂ ਯਾਰ? ਇਹ ਸਿਸਟਮ ਨੂੰ ਸਮਝਾਂਗੇ ਕਿੱਥੋਂ? ਜਦੋਂ ਤੱਕ ਸੱਟ ਜਾਤਨ ਲਾਗੇ ਜਾਣੇ ਕੋਈ ਜਾਣੇ ਸੋਈ। ਸੱਟ ਵੱਜੀ ਹੈ, ਲੱਗੇ ਹੋਏ ਆ ਭਾਜੀ 13-14 ਸਾਲ ਹੋ ਗਏ। ਆ ਉਹੀ ਬਿਲਡਰ ਜਿਹੜਾ ਆਹ ਧੱਕਾ ਕੀਤਾ ਜਿਹਨੇ, ਇਸੇ ਬਿਲਡਰ ਨੇ 2012 ਚ ਮੇਰੇ ਮਾਮਾ ਜੀ ਸਰਦਾਰ ਹਰਬੰਸ ਸਿੰਘ, ਉਹਨਾਂ ਦੀ ਡੈਥ ਹੋ ਗਈ 2006 ਚ। 2006 ਚ ਉਹਨਾਂ ਦੀ ਡੈਥ ਤੋਂ ਬਾਅਦ 2012 ਚ ਬਿਲਡਰ ਪਾਵਰ ਆਫ ਟੌਰਨੀ ਬਣਾਉਂਦਾ, ਉਹਨਾਂ ਨੂੰ ਜਿਉਂਦਾ ਦਿਖਾਉਂਦਾ ਵੀ ਉਹ ਜਿਉਂਦੇ ਨੇ। ਤੇ 2012 ਚ ਪਾਵਰ ਆਫ ਟੌਰਨੀ ਬਣਾ ਕੇ ਆਪਣੇ ਨਾਂ ਤੇ, ਫਿਰ ਉਸ ਪਾਵਰ ਆਫ ਟੌਰਨੀ ਦੇ ਜਰੀਏ ਆਪਣੇ ਨਾਂ ਤੇ ਰਜਿਸਟਰੀ ਕਰਾਉਂਦਾ 31 ਮਈ 2012 ਨੂੰ। ਬਿਲਡਰ ਦਾ ਨਾਮ ਲੈ ਸਕਦੇ ਕੌਣ? ਬਿਲਡਰ ਰਾਧੇ ਸੋਨੀ, ਮਾਂ ਸ਼ਿਮਲਾ ਹੋਮ। ਠੀਕ ਹੈ, ਉਹੀ ਬਿਲਡਰ ਹਾਈ ਕੋਰਟ 'ਚ ਜਾ ਕੇ ਫੈਸਲਾ ਕਰਦਾ ਮੇਰੇ ਨਾਲ ਕਿ ਮੈਂ ਹਾਂ ਇਹਦੇ ਪੈਸੇ ਦੇਣੇ, ਮੈਂ ਧੱਕਾ ਕੀਤਾ, ਧੋਖਾ ਕੀਤਾ। ਮੇਰੇ ਕੋਲ ਸਟਾਂਪ ਪਿਆ, ਸਟਾਂਪ ਤੇ ਲਿਖ ਕੇ ਦਿੱਤਾ ਉਹਨੇ ਕਿ ਹਾਂ ਮੈਂ ਗਲਤੀ ਕੀਤੀ ਹੈ। ਮੇਰੇ ਕੋਲ ਵੀਡੀਓ ਪਿਆ ਜਿੱਥੇ ਮੰਨਦਾ ਹਾਂ ਮੈंने ਗਲਤੀ ਕੀ ਹੈ। ਪਰ ਭਾਜੀ ਉਹ ਫੇਰ ਉਹੀ ਬਿਲਡਰ ਜਾਂਦਾ ਮੋਰਿੰਡੇ, ਕਹਿੰਦਾ ਮੈਂ ਤੇਰੇ ਪੈਸੇ ਦੇਣੇ ਨੇ, ਮੈਂ ਹਾਲੇ ਤੇਰੇ ਨਾਂ ਤੇ ਰਜਿਸਟਰੀ ਕਰਾਉਣ ਲੱਗੀ। ਉਹੀ ਬਿਲਡਰ ਦੁਬਾਰਾ ਮੋਰਿੰਡੇ ਤੋਂ ਜਾਲੀ ਪਾਵਰ ਆਫ ਟੌਰਨੀ, ਪਹਿਲਾਂ ਮਰੇ ਬੰਦੇ ਨੂੰ ਜਿਉਂਦਾ ਕੀਤਾ ਸੀ। ਅੱਜ ਇੱਕ ਜਿਹੜਾ ਅਸਲੀ ਮਾਲਕ ਹੈ ਉਹਦੀ ਥਾਂ ਤੇ ਆਪਣੇ ਨਕਲੀ ਬੰਦਾ ਖੜਾ ਕੇ, ਸੁਰਿੰਦਰ ਗੇਰਾ, ਨਕਲੀ ਸੁਰਿੰਦਰ ਗੇਰਾ ਖੜਾ ਕੇ ਮੇਰੇ ਨਾਂ ਤੇ ਰਜਿਸਟਰੀ ਕਰਾਤੀ ਖਰੜ ਆ ਕੇ। 5 ਦਿਨਾਂ बाद 6 दिनों बाद मैंने सुरेंद्र गेरा ओरिजिनल का फोन आया। वो जी कहता है आपके नाम पे जो पावर ऑफ टॉर्नी हुई है जी वो मैंने नहीं करवाई जी, वो कोई मेरी जगह पे और बंदा खड़ा कर दिया। हुण दसो एड्डी वड्डी धांधली तहसीलदार नाल फोटो हुंदी है भाजी, उत्थे नकली सुरेंद्र गेरा खड़ा, नकली गवाह खड़े ने, कोई परचा दर्ज नहीं, जबकि डॉक्यूमेंटरी प्रूफ है। सो ਅਸੀਂ ਵੀ ਇਸ ਸਿਸਟਮ ਦੀ ਮਾਰ ਚੱਲਦੇ ਪਏ ਆ। ਤੁਸੀਂ ਕਹਿੰਦੇ ਸੀ ਨਾ ਪ੍ਰਾਈਵੇਟਾਈਜੇਸ਼ਨ, ਭਾਜੀ ਪ੍ਰਾਈਵੇਟਾਈਜੇਸ਼ਨ 'ਚ ਇੱਥੇ ਜਾ ਕੇ ਫਾਇਦਾ ਹੋਊਗਾ ਕਿ ਜੇ ਕੋਈ ਸੇਵਾ ਹੈ ਤਾਂ ਸੇਵਾ ਹੈ, ਜੇ ਤੁਸੀਂ ਪੈਸੇ ਦਿੱਤੇ ਹੈ ਤਾਂ ਅਗਲੇ ਤੁਹਾਨੂੰ ਸਰਵਿਸ ਦਿੰਦੇ ਨੇ। ਸਰਕਾਰੀ 'ਚ ਘੁੰਮ ਰਹੇ ਆ, ਇਧਰੋਂ ਚਿੜੀ ਛੱਕਾ ਹੁੰਦਾ ਨਾ, ਇਧਰੋਂ ਮਾਰਿਆ ਇੱਧਰ, ਚੱਲ ਵੀ ਉੱਧਰ, ਤੇਰੀ ਐਪਲੀਕੇਸ਼ਨ ਹੀ ਨਹੀਂ ਆਈ ਬਾਬਾ। ਮੈਨੂੰ ਤਾਂ ਭਾਜੀ ਥੋੜ੍ਹੀ ਬਹੁਤੀ ਫੇਰ ਮੈਂ ਡਟ ਲੈਂਦਾ। ਮੈਨੂੰ ਤਰਸ ਆਉਂਦਾ ਉਹਨਾਂ ਲੋਕਾਂ ਤੇ ਜਿਹੜੇ ਵਿਚਾਰੇ ਬਜ਼ੁਰਗ ਪਿੰਡੋਂ ਤੁਰਦੇ ਆ, ਟੈਂਪੂ ਫੜਦੇ ਆ ਪਹਿਲਾਂ ਬੱਸ ਤੱਕ ਜਾਣ ਲਈ, ਫਿਰ ਬੱਸ ਤੋਂ ਫਿਰ ਤੁਰਦੇ ਆ ਜਾ ਕੇ ਸ਼ਹਿਰ, ਜਾ ਕੇ ਕਿਸੇ ਕੋਰਟ ਕਚਹਿਰੀ ਜਾਂਦੇ ਆ, ਕੋਰਟ ਕਚਹਿਰੀ ਤੋਂ ਫਿਰ ਭਾਜੀ ਉਹਨਾਂ ਦੀ ਦੌੜ ਆਹੀ ਚੱਲਦੀ ਹੈ, ਤਰੀਕਾਂ ਤੇ ਤਰੀਕਾਂ ਭੁਗਤਦੇ ਨੇ ਕੌਣ? ਇਹੀ ਸਰਕਾਰੀ ਤੰਤਰ ਬੰਦੇ ਨੂੰ ਜੀਣ ਨਹੀਂ ਦਿੰਦਾ ਭਾਜੀ। ਸੋ ਦੈਟਸ ਵਾਈ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਕੀ ਆ ਕਿ ਜ਼ਿੰਮੇਵਾਰੀ ਤੈਅ ਹੁੰਦੀ ਹੈ, ਅਗਰ ਨਹੀਂ ਹੈ ਤਾਂ ਕੱਲ ਤੇਰੀ ਨੌਕਰੀ ਨਹੀਂ ਹੈ ਕਾਕਾ, ਚੱਲ। ਸਰਕਾਰੀ ਕੀ ਹੈ, ਇਕੱਠੇ ਹੋ ਜਾਂਦੇ, ਹੜਤਾਲ ਕਰ ਦੋ, ਸਾਡਾ ਫਲਾਣਾ ਛੱਡੋ ਜੀ, ਕਿਉਂਕਿ ਆਦਤ ਪਈ ਹੈ। ਸੋ ਵਾਈ ਪ੍ਰਾਈਵੇਟਾਈਜੇਸ਼ਨ? ਇਸੇ ਕਰਕੇ ਪ੍ਰਾਈਵੇਟਾਈਜੇਸ਼ਨ ਮੈਂ ਤਾਂ ਕਹੂੰਗਾ ਹੋਣੀ ਚਾਹੀਦੀ ਹੈ। ਜੇ ਕੋਈ ਨਹੀਂ ਕੰਮ ਕਰ ਰਿਹਾ ਚਲੋ ਛੁੱਟੀ ਕਰੋ, ਤੁਹਾਡੀ ਥਾਂ ਤੇ ਕੋਈ ਦੂਜਾ ਬੰਦਾ ਲਾਈਨ 'ਚ ਲੱਗੂਗਾ, ਕਿਸੇ ਏਬਲ ਬੰਦੇ ਨੂੰ ਨੌਕਰੀ ਮਿਲੂਗੀ। सरकारी क्या लंच का टाइम है, अभी दिख नहीं रहा, हम भी तो सुबह से काम ही कर रहे हैं, ऐसे अभी कर रहे हैं ना। देखो जी जैसे जी ऐसे सिर पे चढ़ोगे तो फिर तो नहीं होगा, की कर लोगे भाजी, डांग मार लोगे। हाँ जी फलाना अज देखो पता की है जी, SHO साहब की ड्यूटी परली जगह लग गई जी, बहुत जगह SHO साहब है नहीं, उन्होंने साइन नहीं हो सकते। अच्छा कदों भाजी? कल परसों चौथ मैं करो, तुम मंडे ਨੂੰ आ जाओ, की करोगे? ਉੱਥੇ ਉਹਦੀ ਥਾਂ ਤੇ ਕੋਈ ਬੰਦਾ ਹੋਰ ਕਿਉਂ ਨਹੀਂ ਹੈ ਜਿਹੜਾ ਸਾਈਨ ਕਰੇ, ਕੰਮ ਕਰੇ? ਬੰਦਾ ਕਹਿੰਦਾ ਕੰਮ ਕਰੇ। ਸੋ ਵਾਈ ਨਾਟ ਗੋ ਫॉर ਪ੍ਰਾਈਵੇਟਾਈਜੇਸ਼ਨ? ਜੇ ਕੋਈ ਸਰਕਾਰੀ ਅਫਸਰ ਜਾਂ ਸਰਕਾਰੀ ਤੰਤਰ ਜਿਹੜਾ ਉਹ ਡਿਲੀਵਰ ਨਹੀਂ ਕਰ ਰਿਹਾ ਤਾਂ ਦੇਸ਼ ਤਾਂ ਚਲਾਉਣਾ। ਪਰ ਪ੍ਰਾਈਵੇਟ 'ਚ ਦੋ ਲੋਕਾਂ ਨੂੰ ਫਾਇਦਾ ਕਿਉਂ? ਦੋਵਾਂ ਦਾ ਨਹੀਂ ਭਾਜੀ, ਬਹੁਤ ਇੰਡਸਟਰੀਲਿਸਟ ਨੇ। ਤੁਸੀਂ ਵੀ ਕਿੰਨੇ ਕਿਸਮ ਦੇ ਲੋਨ ਗਵਰਨਮੈਂਟ ਦੇ ਰਹੀ ਹੈ, 10 ਲੱਖ ਤੱਕ ਦੇ ਲੋਨ ਲੋਕਾਂ ਨੂੰ ਦੇ ਰਹੀ ਹੈ ਵੀ ਆਓ ਲੋਨ ਲਓ ਤੇ ਆਪਣਾ ਕੰਮ ਸ਼ੁਰੂ ਕਰੋ, ਕੰਮ ਲੱਗੀ ਆਓ। ਇਸ ਪੋਪੂਲੇਸ਼ਨ ਨੂੰ ਜੇ ਪੈਸੇ ਦੇ ਕੇ ਆਪਾਂ ਇਹਨਾਂ ਨੂੰ ਕੰਮ ਲਾ ਸਕੀਏ, ਕੰਮ ਲੱਗੋ। ਸਾਡੇ ਲੋਕਾਂ ਨੂੰ ਦੇਖੋ, ਮੈਂ ਆਪਣੇ ਪੰਜਾਬ ਬਾਰੇ ਕੰਸਰਨਡ ਹੈ। ਸਾਡਾ ਪੰਜਾਬੀ ਭਾਜੀ ਫੁਕਰਾ ਹੋ ਗਿਆ, ਸੌਰੀ ਸ਼ਰਮ ਨਾ ਕਹਿਣਾ ਭਾਈ,
ਵੀ ਅਸੀਂ ਬਹਾਦਰ ਹੁੰਦੇ ਸੀ, ਅਸੀਂ ਦਲੇਰ ਹੁੰਦੇ ਸੀ। ਸਾਡੇ ਉੱਥੋਂ ਸਾਡੇ ਹੀ ਸਾਥੀ ਉਧਰੋਂ ਆ ਕੇ ਇੱਥੇ ਚੰਗੇ ਪੈਸੇ ਕਮਾਉਂਦੇ ਆ। ਜੇ ਕੋਈ ਛੋਲੇ ਕੁਲਚੇ ਦੀ ਰੇਹੜੀ ਲਾਉਂਦਾ ਨਾ ਭਾਜੀ, 15-20 ਹਜ਼ਾਰ ਰੁਪਇਆ ਮਹੀਨਾ ਨਹੀਂ ਛੱਡਦਾ ਘੱਟੋ ਘੱਟ। ਠੀਕ ਹੈ, ਇੱਥੇ ਆ ਜਿੰਨਾ ਜਿਹੜੀ ਜਗ੍ਹਾ ਆਪਾਂ ਬੈਠੇ ਆ, ਜਿੰਨੀ ਕੰਸਟਰਕਸ਼ਨ ਚੱਲਦੀ ਆ, ਤੁਸੀਂ ਮਿਸਤਰੀ ਦੇਖ ਲਿਓ, ਤੁਸੀਂ ਲੇਬਰ ਵਾਲੇ ਦੇਖ ਲਿਓ, ਤੁਸੀਂ ਦੂਜੇ ਦੇਖ ਲਓ ਜਿਹੜੇ ਕੋਈ ਆ ਟੈਲਾਂ ਲਾਉਂਦੇ ਨੇ, ਜਿਹੜੇ POP ਕਰਦੇ ਨੇ। ਠੀਕ ਹੈ, ਇਹਦੇ 'ਚ ਭਾਜੀ ਲੱਖਾਂ ਰੁਪਏ ਦੀ ਕਮਾਈ ਹੈ। ਆ ਜਿਹੜੇ ਆ ਟੈਲਾਂ ਲੱਗੀਆਂ ਨੇ ਸੜਕ ਦੀਆਂ, ਤੁਸੀਂ ਦੇਖ ਲਓ ਵੀ ਸਾਡੇ ਬੰਦੇ ਕਿੱਥੇ ਨੇ। ਤੁਹਾਨੂੰ ਪੰਜਾਬੀ ਕੰਮ ਕਰਦੇ ਨਹੀਂ ਲੱਭਣੇ ਭਾਜੀ। ਜੇ ਕੰਮ ਨਹੀਂ ਕਰਨਾ ਪੈਸਾ ਕਿੱਥੋਂ ਆਉਣਾ ਹੈ? ਜਿਹਨੇ ਕੰਮ ਕਰਾਉਣਾ, ਜਿਹਨੇ ਪੇਂਟਰ ਹੈ, ਜਿਹਨੇ ਪੇਂਟ ਕਰਨਾ। ਅਸੀਂ ਭਾਜੀ ਬਾਹਰਲੇ ਮੁਲਕਾਂ 'ਚ ਸੰਧੂ ਪੇਂਟਰਸ, ਫਲਾਣਾ ਪੇਂਟਰ, ਸਾਡੇ ਚੰਗੇ ਭਲੇ ਜੱਟਾਂ ਦੇ ਮੁੰਡੇ ਲੱਗੇ ਹੋਏ ਆ, ਡਟ ਕੇ ਮਿਹਨਤ ਕਰ ਰਹੇ ਆ। ਇੱਥੇ ਨਹੀਂ ਕਰਨੀ। ਆਹੀ ਮਿਹਨਤ ਇੱਥੇ ਕਰੋਗੇ ਭਾਜੀ, 1.5 ਲੱਖ ਰੁਪਇਆ ਛੱਡਦਾ ਨਹੀਂ ਬੰਦਾ। ਫਰਨੀਚਰ ਦੇ ਕੰਮ 'ਚ ਆ ਜਾਓ, ਸਾਡੇ ਪੰਜਾਬੀ ਨਹੀਂ ਦਿਖਣੇ ਤੁਹਾਨੂੰ। ਆ ਘਰ ਜਦੋਂ ਕੰਮ ਹੀ ਨਹੀਂ ਕਰਨਾ ਫਿਰ ਕੀ ਹੈ? ਉਹ ਤੋਂ ਕੋਈ ਤੁਹਾਨੂੰ ਲੁੱਤੀ ਲਾਉਣ ਵਾਲਾ ਚਾਹੀਦਾ ਵੀ ਸਾਡੇ ਮਹਾਰਾਜਾ ਰਣਜੀਤ ਸਿੰਘ, ਸਾਡੇ ਗੁਰੂ ਸਾਹਿਬ ਨੇ ਐ ਕਰਤਾ, ਸਾਡੇ ਨਾਲ ਧੱਕਾ ਹੋ ਗਿਆ, ਸਾਡੀ ਐਂ ਜੀ ਓਂ ਜੀ। ਚਲੋ ਜੀ, ਚਲੋ ਪੰਜਾਬੀਓ, ਚਲੋ ਬਈ, ਚਲੋ ਡਟੋ, ਲੜ ਲਓ। ਤਾਂ ਆਹੀ ਕੰਮ ਰਹਿ ਗਿਆ ਸਾਡੇ ਪੱਲੇ। ਜਿਹੜੇ ਕੋਈ ਬਾਹਰ ਚਲ ਗਏ ਵਿਚਾਰੇ, ਉਹ ਜਿਹੜੇ ਕੋਈ ਇੱਥੇ ਜਿਹੜੇ ਵਸਦੇ ਨੇ, ਉਹਨਾਂ ਤੋਂ ਜਿਹੜੇ ਬਾਹਰ ਜਾ ਹੀ ਨਹੀਂ ਸਕਦੇ, ਫੋਰਨ ਕੰਟਰੀ, ਦੇ ਡੋਂਟ ਹੈਵ ਮਨੀ, ਉਹਨਾਂ ਕੋਲ ਏਕੜ ਹੈ ਨਹੀਂ ਜ਼ਮੀਨਾਂ ਦੇ ਕਿ ਉਹ ਪੈਸੇ ਦੇਣ ਤੇ ਉਹ ਬਾਹਰ ਦਾ ਜਹਾਜ਼ ਫੜ ਲੈਣ। ਉਹਨਾਂ ਨੇ ਤਾਂ ਇੱਥੇ ਰਹਿਣਾ, ਉਹਨਾਂ ਦੀਆਂ ਪੁਸ਼ਤਾਂ ਨੇ ਇੱਥੇ ਰਹਿਣਾ, ਉਹਨਾਂ ਨੂੰ ਤਾਂ ਇੱਥੇ ਰਹਿਣ ਦਿਓ ਯਾਰ ਚੱਜ ਨਾਲ। ਮੈਂ ਉਹੀ ਇੱਕ ਸਵਾਲ ਮੇਰੇ ਮਨ ਦੇ ਵਿੱਚ ਬਿਲਕੁਲ ਸੀਗਾ, ਹਰ ਘਰ ਤਿਰੰਗਾ, ਜਿਹਦੇ ਕੋਲ ਘਰ ਹੀ ਨਾ ਹੋਵੇ। ਤੁਸੀਂ ਵੇਖਦੇ ਹੋਣੇ ਕਈ ਬੇਘਰ ਹੋ ਕੇ ਬਾਹਰ ਘੁੰਮਦੇ ਨੇ, ਜਿਹਦੇ ਕੋਲ ਘਰ ਨਾ ਹੋਵੇ। ਉਹਦੇ ਨਹੀਂ ਲੱਗਦਾ ਸੀ ਪ੍ਰਧਾਨ ਮੰਤਰੀ ਨੇ ਕੋਈ ਸੋਚਣਾ ਚਾਹੀਦਾ ਸੀ, ਹਰ ਘਰ ਤਿਰੰਗਾ, ਉਹਨਾਂ ਦੇ ਘਰ ਦੇ ਵਿੱਚ ਤਿਰੰਗਾ ਕਿੱਦਾਂ ਲੱਗੂਗਾ? ਭਾਜੀ ਕਿੰਨੇ ਘਰਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਹੋਮ ਲੋਨ ਦਿੱਤਾ ਤੇ ਘਰ ਬਣਾ ਕੇ ਦਿੱਤੇ ਨੇ ਗਰੀਬਾਂ ਨੂੰ। ਲੋਕਾਂ ਦੇ ਅਕਾਊਂਟਾਂ 'ਚ ਵੀ ਪੈਸੇ ਆਉਂਦੇ ਨੇ। ਪ੍ਰਧਾਨ ਮੰਤਰੀ ਸਾਹਿਬ ਲੱਗੇ ਹੋਏ ਨੇ। ਪਰ ਜੇ ਤੁਹਾਡਾ ਪਿੰਡ 'ਚ ਘਰ ਹੈ, ਸ਼ਹਿਰ 'ਚ ਆ ਕੇ ਤੁਸੀਂ ਕਿਰਾਏ ਤੇ ਲੈ ਲਿਆ, ਉਹ ਜਿੱਥੇ ਰਹਿੰਦੇ ਹੋ ਘਰ ਤਾਂ ਉਹੀ ਹੈ। ਹੁਣ ਸਾਰਿਆਂ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਸਾਰੇ ਤੁਸੀਂ ਲੋਕ ਵੀ ਉੱਥੇ ਸਾਰੇ ਸ਼ਹਿਨਸ਼ਾਹ ਬਣਾਤੇ ਉਹਨਾਂ ਨੇ। ਉੱਥੇ ਗਰੀਬੀ ਹੈ ਨਹੀਂ ਕੀ? ਉੱਥੇ ਕੋਈ ਹੈ ਨਹੀਂ ਲੋਅਰ ਮਿਡਲ ਐਂਡ ਅਪਰ ਕਲਾਸ, ਹਰ ਮੁਲਕ 'ਚ ਹੈ। ਜੇ ਇੱਥੇ ਹੈਗੀ ਆ ਤਾਂ ਭਾਈ ਆਪਣੀ ਗਰੀਬੀ ਚੋਂ ਨਿਕਲਣੀ ਆਪ भी तो हंबड़ा मारो। केजरीवाल वांगू है थोड़ी ना 1000 रुपया औरतों को दे देंगे जी, बिजली माफ कर देंगे जी, पानी माफ कर दे, पानी का बिल माफ कर देंगे जी, रोटी आपके घर मैकडोनल्ड, टोमिनो सबसे आएगी जी। भाजी वेलड़ बनाना है। पंजाबी तो पहला मरिया पिया, जे वेला बन गया भाजी मर जूगा नशियां च। दारू सस्ती कर दी जी हमने, बहुत बड़ी प्राप्ति है केजरीवाल साहब की। दारू सस्ती कर दी इन्होंने। आटा कणक वो सारे कई स्कीमां सेंटर दी आउंदियां, ठप्पे अपने ला ला चल भी अगे। दवाइयां दा जो भी कुछ आउंदा वो आउंदा सेंटर तो स्टेट दी सरकार कहंदी असीं दित्ता। सो ये ਜਿਹੜੀਆਂ केजरीवाल साहब वेला दिमाग शैतान दा घर पंजाबियों ठकराओ ਇਹਨੂੰ ਅਣਖ ਨਾਲ। ਆਪ ਮਿਹਨਤ ਕਰਕੇ, ਜੇ ਬਗਾਨੇ ਸੂਬਿਆਂ ਚੋਂ ਆ ਕੇ ਲੋਕ ਰੋਟੀ ਕਮਾ ਰਹੇ ਨੇ, ਇੱਥੋਂ ਪੈਸਾ ਕਮਾ ਕੇ ਆਪਣੇ ਸੂਬੇ ਨੂੰ ਭੇਜ ਰਹੇ ਨੇ, ਤਾਂ ਆਪਣੇ ਗਰੀਬਾਂ 'ਚ ਚੱਕਣਾ ਪਊਗਾ ਕਿ ਅਸੀਂ ਕਿੱਥੇ ਗਲਤ ਹਾਂ। ਅਸੀਂ ਕੰਮ ਛੱਡ ਗਏ ਯਾਰ, ਅਸੀਂ ਖੇਤੀ ਛੱਡ ਗਏ। ਸਾਡੇ ਰਹਿ ਹੀ ਇੱਕ ਜਾਂ ਦੋ ਗਏ, ਇੱਕ ਬਾਹਰ ਚਲ ਗਿਆ, ਇੱਕ ਉਰੇ ਰਹਿ ਗਿਆ। ਉਹ ਵੀ ਕਹਿੰਦਾ ਮੈਂ ਆਈਲੈਟਸ ਕਰਨਾ, ਮੈਂ ਵੀ ਬਸ 8ਵੀਂ 'ਚ ਹੈ, ਵੀ ਬਸ 10ਵੀਂ 'ਚ ਹੋ ਜੇ, ਉਸ ਤੋਂ ਬਾਅਦ ਇਹਦੀ ਵੀ ਅਸੀਂ ਆਈਲੈਟਸ ਦੀ ਕਰਾ ਦੇਣੀ ਹੈ। ਬਸ ਇਹ ਫਲਾਣਾ ਸੈਟਲ ਹੈ, ਆਸਟ੍ਰੇਲੀਆ ਚਲੇ ਗਿਆ, ਉੱਥੇ ਇਹ ਤੇ ਹੈ ਕੀ ਹੈ। ਸੋ ਵੀ ਹੈਵ ਟੂ ਸਟੈਂਡ ਬਾਈ ਆਵਰ ਕੰਟਰੀ। ਅਗਰ ਅਸੀਂ ਉਸ ਦੇਸ਼ 'ਚ ਹਾਂ, ਉਸ ਦੇਸ਼ ਦਾ ਖਾਂਦੇ ਹਾਂ, ਨਾਲ ਖੜੋ ਉਸ ਦੇਸ਼ ਦੇ ਯਾਰ। ਅਗਰ ਇਸ ਦੇਸ਼ 'ਚ ਜੰਮੇ ਆ, ਸਾਡੇ ਗੁਰੂ ਪੂਰਵਜ ਦਾਦੇ ਪੜਦਾਦੇ ਇੱਥੇ ਜੰਮੇ, ਤੇ ਫਿਰ ਇਸ ਦੇਸ਼ ਦੇ ਨਾਲ ਖੜੋ। ਆਓ ਇਸ ਦੇਸ਼ ਦੀ ਤਾਕਤ ਬਣੀਏ ਯਾਰ। ਆਪਣੇ ਤਿਰੰਗੇ, ਇਹ VIP ਤਿਰੰਗਾ ਨਾ ਬਣੇ, ਸਾਡਾ ਸਾਰਿਆਂ ਦਾ ਤਿਰੰਗਾ ਆ। ਸੋ ਮੈਂ ਤੇ ਮੰਦਰਾਂ 'ਚ ਵੀ ਇਹ ਗੱਲ ਕਹੀ ਆ ਵੀ ਬਾਹਰ ਤਿਰੰਗਾ ਲੱਗਣਾ ਚਾਹੀਦਾ। ਆਪਣੀ ਜਿੱਥੇ ਤੁਹਾਡਾ ਧਾਰਮਿਕ ਸਥਾਨ ਹੈ, ਉਹ ਤੋਂ ਬਾਹਰ ਤਿਰੰਗਾ ਲਾ ਕੇ ਆਪਣੇ ਬੱਚੇ ਨੂੰ ਇਹ ਸਿਖਾਉਣ 'ਚ ਕੀ ਹਰਜ ਹੈ ਕਿ ਬੇਟੇ ਇੱਥੇ ਸਲੂਟ ਕਰ। ਜਦੋਂ ਤੁਹਾਡੇ ਅੰਦਰ ਦੇਸ਼ ਦੀ ਭਾਵਨਾ ਆਊਗੀ ਭਾਜੀ, ਦੇਸ਼ ਪ੍ਰਤੀ ਪਿਆਰ ਆਊਗਾ, ਦੇਸ਼ ਪ੍ਰਤੀ ਇੱਜ਼ਤ ਆਊਗੀ, ਤੁਸੀਂ ਚੋਰੀ ਚਕਾਰੀ ਪੁੱਠਾ ਕੰਮ ਕਰਨ ਲੱਗੇ ਡਰੋਗੇ ਵੀ ਤਿਰੰਗਾ ਸ਼ਰਮਿੰਦਾ ਹੋ ਜਾਊਗਾ ਯਾਰ। ਪਰ ਜੇ ਬਚਪਨ 'ਚ ਫੀਡ ਹੋਊਗਾ ਤਾਂ, ਹੁਣ ਟ੍ਰੈਫਿਕ ਰੂਲਸ ਨੇ,
ਟ੍ਰੈਫਿਕ ਰੂਲਸ ਉੱਥੇ ਸਾਰੇ ਫੋਲੋ ਕਰਦੇ ਆ, ਉੱਥੇ ਚਾਰੋਂ ਪਾਸੇ ਸਟਾਪ ਸਾਈਨ ਲੱਗਿਆ ਹੁੰਦਾ, ਆਪਣੇ ਆਪ ਗੱਡੀ ਖੜਦੀ ਹੈ, ਕੋਈ ਪੁਲਿਸ ਵਾਲਾ ਨਹੀਂ, ਕੋਈ ਟ੍ਰੈਫਿਕ ਵਾਲਾ ਨਹੀਂ, ਚਾਰੋਂ ਪਾਸੇ ਖੜੇ, ਜਿਹੜਾ ਪਹਿਲਾਂ ਆ ਕੇ ਖੜਿਆ ਉਹ ਖੜਾ ਰਹਿੰਦਾ, ਜਿਹੜਾ ਪਹਿਲਾਂ ਆਇਆ ਉਹ ਪਹਿਲਾਂ ਚੱਲੂਗਾ, ਜਿਹੜਾ ਉਹ ਤੋਂ ਬਾਅਦ ਆਇਆ ਉਹ ਤੋਂ ਬਾਅਦ ਚੱਲੂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਜਦੋਂ ਸਾਡੇ ਅੰਦਰ ਇਹ ਚਿਪ ਫੀਡ ਹੋ ਗਈ ਬਾਹਰਲੇ ਮੁਲਕ 'ਚ ਜਾ ਕੇ, ਇੱਥੇ ਆ ਕੇ ਜਿੱਦਣ ਇਹ ਚਿੱਪਾਂ ਫੀਡ ਹੋ ਗਈਆਂ ਨਾ ਸਾਡੇ ਦਿਮਾਗ 'ਚ, ਮੇਰੀ ਵੀ ਡਿਊਟੀ ਹੈ ਮੇਰੀ ਕੰਟਰੀ ਵਾਸਤੇ, ਮਾਰ ਨਹੀਂ ਖਾਂਦਾ ਭਾਰਤ। ਅਸੀਂ ਬਹੁਤ ਵੱਧ ਰਹੇ ਹਾਂ, ਅਸੀਂ ਵਧਾਂਗੇ, ਅਸੀਂ ਡਿਵੈਲਪਿੰਗ ਤੋਂ ਡਿਵੈਲਪਡ ਕੰਟਰੀ ਬਣ ਕੇ ਹਟਾਂਗੇ। ਸਭ ਦੀ ਜ਼ਿੰਮੇਵਾਰੀ ਹੈ, ਸਾਰੇ ਆਪਣਾ ਆਪਣਾ ਫਰਜ਼ ਨਿਭਾਓ। ਹਰ ਘਰ ਜੀ ਤਾਂ ਬਿਲਕੁਲ ਹਰ ਘਰ ਤਿਰੰਗਾ ਦੀ ਗੱਲ ਜਿਹੜੀ ਆ ਉਹ ਜਸੀ ਦਸਰਾਜ ਵੀ ਕਰ ਰਹੇ ਨੇ, ਔਰ ਕਹਿੰਦੇ ਕਿ ਅੱਜ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ, ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ, ਕਿਉਂਕਿ ਅੱਜ ਭਾਰਤ ਜਿਸ ਨਵੇਂ ਪੜਾਅ ਦੇ ਵੱਲ ਚੱਲ ਰਿਹਾ ਉਸ ਨੂੰ ਲੈ ਕੇ ਹਰ ਇੱਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ, ਆਪਣੇ ਆਪਣੇ ਕੰਮ ਸਮਝਣ ਦੀ ਲੋੜ ਹੈ, ਔਰ ਆਪਣੇ ਆਪਣੇ ਕਰਤੱਵ ਸਮਝਣ ਦੀ ਲੋੜ ਹੈ। ਕੈਮਰਾਮੈਨ ਹਰਪਾਲ ਦੇ ਨਾਲ ਦਮਪ੍ਰੀਤ ਸਿੰਘ ਔਨ ਏਅਰ।